सतपाल सिंह जौल साहब जी आए निगा सारी सत श्री अकाल जी। सत श्री अकाल जी गिल साहब, बहुत बहुत धन्यवाद और सारे श्रोतिਆਂ दर्शकों ਨੂੰ ਜੀ ਆਇਆਂ ਨੂੰ। हफ्ते तक ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਸਾਡੇ ਇਰਦ ਗਿਰਦ ਸਾਡੇ ਇਸ ਮਾਹੌਲ ਸਾਡੇ ਬ੍ਰੈਂਟਨ ਦੇ ਵਿੱਚ ਜਾਂ ਸਾਡੇ ਕੈਨੇਡਾ ਦੇ ਵਿੱਚ ਮੁਲਕ ਵਿੱਚ ਕੀ ਕੁਝ ਹੋ ਰਿਹਾ ਹੈਗਾ, ਇੱਥੇ ਅਸੀਂ ਉਹ ਮਾਹੌਲ ਨਾ ਬਣਾਈਏ ਸਾਡਾ ਭਾਰਤ ਵਾਲਾ ਜਾਂ ਪੰਜਾਬ ਵਾਲਾ ਹੈਗਾ ਅਸੀਂ ਗੱਡੀ ਮਾਰ ਕੇ ਭੱਜੀਏ ਮੁਰਗੀ ਕਿਸੇ ਨੇ ਕਾਬੂ ਨਹੀਂ ਕਰਨਾ ਹੈਗਾ, ਜਾਂ ਇੰਸ਼ੋਰੈਂਸ ਤਾਂ ਸਾਡੇ ਬ੍ਰੈਂਟਨ ਦੀਆਂ ਕਿਉਂ ਹੋਈਆਂ ਨੇ ਇਸ ਕਾਰਨਾਂ ਕਰਕੇ ਜਿਹੜੀਆਂ ਸਾਡੇ ਇੰਸ਼ੋਰੈਂਸ ਦਾ ਕਹਾਣੀਆਂ ਤਾਂ ਹੀ ਵੱਧ ਰਹੀਆਂ ਨੇ। ਇਹ ਆਪਾਂ ਗੱਲਬਾਤ ਕਰਾਂਗੇ ਜੌਲ ਸਾਹਿਬ, ਕਾਫੀ ਜ਼ਿਆਦਾ ਜਿਹੜੇ ਹਸਪੀਟਲ ਨੇ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉਂਗਲੀਆਂ ਹੁੰਦੀਆਂ ਨੇ ਸਾਡੇ ਪੀਰ ਦੇ ਵਿੱਚ ਵੀ ਕਾਫੀ ਜ਼ਿਆਦਾ ਉਂਗਲੀਆਂ ਸੀਗੀਆਂ। ਗੱਲ ਕਰਦੇ ਹਾਂ ਨਾਗਰਾ ਰੀਜਨ ਦੇ ਵਿੱਚ ਜਿਹੜੀ ਕੁੜੀ ਦੀ ਉਹ ਪੌੜੀਆਂ ਤੋਂ ਡਿੱਗਣ ਕਾਰਨ ਉਹਦੀ ਜਿਹੜੀ ਡੈਥ ਹੋਈ ਹਸਪੀਟਲ ਗਈ, ਹਸਪੀਟਲ ਵਿੱਚ ਡਾਕਟਰਾਂ ਨੇ ਉਸਨੂੰ ਵਾਪਸ ਮੋੜ ਦਿੱਤਾ ਗਿਆ, ਉਹਦੇ ਬਾਰੇ ਥੋੜਾ ਜਿਹਾ ਦੱਸ ਕਰੋ ਜੀ। ਬਿਲਕੁਲ ਜੀ, ਦੇਖੋ ਵੀ ਯੰਗ ਅਵਸਥਾ ਦੇ ਵਿੱਚ ਇਹ ਜਿਹੜੀ ਲੜਕੀ ਸੀ ਹੀਦਰ ਵਿੰਟਰਸਟਾਈਨ ਔਰ ਸਮਝਿਆ ਜਾਂਦਾ ਵੀ ਇੰਡੀਜਨਸ ਕਮਿਊਨਿਟੀ ਦੇ ਵਿੱਚੋਂ ਫੈਮਿਲੀ ਹੈ, ਤੇ ਵੀ ਜਿਹੜੀ ਇਹ ਲੜਕੀ ਆ ਘਰ ਦੇ ਵਿੱਚ ਹੀ ਆਪਣੇ ਜੋ ਹੈ ਉਹ ਪੌੜੀਆਂ ਤੋਂ ਤਿਲਕ ਕੇ 9 ਦਸੰਬਰ ਨੂੰ ਕਿਤੇ ਡਿੱਗ ਪਈ ਹੈ। ਉਸ ਤੋਂ ਬਾਅਦ ਇਹਨੂੰ ਜੋ ਦਰਦਾਂ ਪਿੱਠ ਵਗੈਰਾ 'ਚ ਹੋਈ ਹੈ, ਬੈਕ ਪੇਨ, ਤੇ ਉਹ ਲੈ ਕੇ ਫਿਰ ਇਹ ਹਸਪੀਟਲ ਗਈ ਹੈ। ਔਰ ਹਸਪੀਟਲ ਦੇ ਵਿੱਚ ਉਹ ਜਿਸ ਤਰ੍ਹਾਂ ਹੁੰਦਾ ਹੈ ਵੀ ਜੇ ਛੱਡ ਕੇ ਉਹ ਅੱਛਾ ਦਰਦ ਹੁੰਦੀ ਹੈ, ਆ ਲਓ ਜੀ ਟਾਈਲੈਨੋਲ ਤੇ ਜਾਓ ਘਰੇ ਆਰਾਮ ਕਰੋ ਤੇ ਇੰਤਜ਼ਾਰ ਕਰੋ ਵੀ ਤੁਸੀਂ ਠੀਕ ਹੋ ਜਾਣਾ। ਉਸ ਤੋਂ ਬਾਅਦ ਫਿਰ ਇਹ ਘਰੇ ਆ ਗਈ ਹੈ ਤੇ ਨੈਕਸਟ ਡੇ ਜਾਣੀ ਉਹਨੂੰ ਫਿਰ ਕਾਫੀ ਜਿਹੜੀਆਂ ਪੇਨ ਜਾਂ ਦਰਦਾਂ ਨੇ ਸਤਾਇਆ ਤੇ ਉਹ ਫਿਰ ਹਸਪੀਟਲ ਐਮਰਜੈਂਸੀ 'ਚ ਗਈ ਹੈ। ਹਸਪੀਟਲ ਦੇ ਵਿੱਚ ਜਾ ਕੇ ਫਿਰ ਉਹ 8 ਘੰਟੇ ਬੈਠੀ ਰਹੀ ਹੈ, ਵੀ ਜਿਸ ਤਰ੍ਹਾਂ ਇਹ ਖਬਰ ਹੈ ਵੀ 8 ਘੰਟੇ ਉਹਦੀ ਕੋਈ ਬਾਈਦਾਈ ਨਹੀਂ ਲਈ ਤੇ ਫਿਰ ਉਹ ਜਾਣੀ ਉੱਥੇ ਕੋਲੈਪਸ ਹੀ ਹੋ ਗਈ ਹੈ, ਮਤਲਬ ਬੇਹੋਸ਼ ਹੀ ਹੋ ਗਈ ਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹਸਪੀਟਲ ਵਾਲਿਆਂ ਨੂੰ, ਫਿਰ ਉਹਨੂੰ ਲੈ ਗਏ, ਫਿਰ ਉਹਨੂੰ ਬਥੇਰਾ ਜਾਣੀ ਕਿ ਉਹਨਾਂ ਨੇ ਦੁਬਾਰਾ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸਭ ਕੁਝ, ਲੇਕਿਨ ਕਿ ਵੀ ਉਹਦੀ ਜਾਨ ਜਿਹੜੀ ਆ ਉਹ ਵਿਦਿਨ ਮਿੰਟਸ ਉਹ ਨਿਕਲ ਗਈ ਆ। ਤੇ ਉਹਦੇ ਲਿਹਾਜ਼ ਨਾਲ ਫਿਰ ਹੁਣ ਕਈ ਤਰ੍ਹਾਂ ਦੀਆਂ ਇਨਵੈਸਟੀਗੇਸ਼ਨਸ ਤਾਂ ਜਿਹੜੀਆਂ ਜੀ ਗਿਲ ਸਾਹਿਬ ਇਨੀਸ਼ੀਏਟ ਹੋ ਚੁੱਕੀਆਂ, ਪਰ ਹੁਣ ਡਾਕਟਰਸ ਨੂੰ ਅਜੇ ਸਮਝ ਨਹੀਂ ਆ ਰਹੀ ਜਾਂ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ ਵੀ ਡੈਥ ਕਿਉਂ ਹੋ ਗਈ ਆ। ਇਹ ਜ਼ਰੂਰ ਉਹਨਾਂ ਨੇ ਮੰਨਿਆ ਜੀ ਵੀ ਇਹ ਕੋਈ ਸਟੈਪ ਇਨਫੈਕਸ਼ਨ ਆ ਜਿਹੜੀ ਇਹਦੇ ਅੰਦਰ ਹੋ ਗਈ ਆ, ਤੇ ਉਹ ਇਸ ਤਰ੍ਹਾਂ ਦੀ ਇਨਫੈਕਸ਼ਨ ਸਮਝੀ ਜਾਂਦੀ ਆ ਕਿ ਜੇ ਬੋਡੀ ਦੇ ਵਿੱਚ ਕਿਸੇ ਵਜ੍ਹਾ ਕਰਕੇ ਬਲੀਡਿੰਗ ਸ਼ੁਰੂ ਹੋ ਜਾਵੇ, ਉਹ ਬਲੀਡਿੰਗ ਜਿਹੜੀ ਸਮੇਂ ਸਿਰ ਨਾ ਟ੍ਰੀਟ ਹੋਵੇ, ਰੋਕੀ ਜਾ ਸਕੇ, ਤੇ ਫਿਰ ਉਹ ਵਾਈਟਲ ਔਰਗਨਸ ਦੇ ਵਿੱਚ ਤੁਹਾਡੇ ਫੇਫੜਿਆਂ ਤੱਕ ਦਾਖਲ ਹੋ ਸਕਦਾ। ਉਹ ਫਿਰ ਬਲੱਡ ਜਦੋਂ ਤੁਹਾਡੇ ਔਰਗਨਸ ਦੇ ਵਿੱਚ ਐਂਟਰ ਹੋਏਗਾ ਤੇ ਉੱਥੇ ਨੈਚੁਰਲੀ ਉਹ ਜੰਮ ਕੇ ਇਨਫੈਕਸ਼ਨ ਬਣਾਏਗਾ ਤੇ ਉਹ ਔਰਗਨਸ ਨੂੰ ਜਾਮ ਕਰੇਗਾ, ਕੰਮ ਕਰਨ ਤੋਂ ਰੋਕੇਗਾ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਕਿ ਜਦੋਂ ਡਿੱਗੀ ਆ ਉਸ ਤੋਂ ਬਾਅਦ ਲੱਗ ਇਹ ਰਿਹਾ ਵੀ ਤੁਰੰਤ ਜਿਹੜੀ ਆ ਉਹ ਟਾਈਲੈਨੋਲ ਦੇ ਕੇ ਘਰ ਭੇਜਣ ਦੀ ਬਜਾਏ ਕੁਝ ਹੋਰ ਜ਼ਿਆਦਾ ਮੈਡੀਕਲ ਕਰਨ ਦੀ ਲੋੜ ਸੀਗੀ। ਇੰਟਰਨਲੀ ਜੇ ਬਲੀਡਿੰਗਸ ਹੋ ਰਹੀਆਂ ਸੀਗੀਆਂ ਤਾਂ ਕੋਈ ਅੰਦਰੂਨੀ ਉਹਦੇ ਗੁੱਜੀ ਸੱਟ ਵੱਜੀ ਕਰਕੇ ਪੌੜੀਆਂ ਤੋਂ ਡਿੱਗੀ। ਤੇ ਉਸ ਲਿਹਾਜ਼ ਨਾਲ ਇਹ ਹੁਣ ਉਸ ਲੜਕੀ ਦੀ ਜਾਨ ਤੇ ਜਾ ਚੁੱਕੀ ਹੈ, ਪਰਿਵਾਰ ਨੂੰ ਲੇਕਿਨ ਕਿ ਆਨਸਰਸ ਨਹੀਂ ਮਿਲ ਰਹੇ ਕਿ ਅਸਲ ਦੇ ਵਿੱਚ ਕੀ ਹੋਇਆ। ਸੋ ਅਫੀਸ਼ੀਅਲੀ ਕਾਫੀ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਆ ਜੀ ਕਿ ਉਹ ਸੇਂਟ ਕੈਥਰੀਨ ਹਸਪੀਟਲ ਆ ਜਿਹੜਾ ਨਿਆਗਰਾ ਦੇ ਨਜ਼ਦੀਕ ਪੈਂਦਾ, ਤੇ ਉੱਥੇ ਇਹ ਜਾਂਚ ਪੜਤਾਲ ਚੱਲ ਰਹੀ ਹੈ, ਤੇ ਲੇਕਿਨ ਕਿ ਅਜੇ ਤੱਕ ਨਹੀਂ ਅਸਲ ਦੇ ਵਿੱਚ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ। ਸੋ ਇਹ ਆਮ ਜਿਹੜਾ ਹਸਪੀਟਲ ਦੇ ਵਿੱਚ ਜਾਂ ਡਾਕਟਰਸ ਦੇ ਵਿੱਚ ਇੱਕ ਕਲਚਰ ਉਹਨਾਂ ਨੇ ਬਣਾਇਆ ਹੋਇਆ ਕਿ ਜੇ ਕਿਸੇ ਨੂੰ ਕੋਈ ਦਰਦ ਹੋ ਰਹੀ ਹੈ ਤੇ ਇਹ ਐਮਰਜੈਂਸੀ ਨਹੀਂ ਹੈ, ਫਿਰ ਉਹਨੂੰ ਬਿਠਾ ਛੱਡੋ ਜਾਂ ਵੀ ਉਹ ਅੱਖ ਤੱਕ ਕੇ ਜਾਂ ਤੇ ਆਪੇ ਚਲੇ ਜਾਵੇ ਜਾਂ ਫਿਰ ਮੁੜ ਕੇ ਆਵੇ ਹੀ ਨਾ, ਤੇ ਜਾਂ ਫਿਰ ਇੱਥੇ ਓਵਰ ਦਾ ਕਾਊਂਟਰ ਆਪਣਾ ਕੋਈ ਦਰਦ ਨਿਵਾਰਕ ਦਵਾਈ ਲੈ ਕੇ ਤੇ ਆਰਾਮ ਕਰੇ। ਸੋ ਉਸ ਲਿਹਾਜ਼ ਨਾਲ ਇਹ ਵੀ ਹਰ ਦਰਦ ਨੂੰ ਇੰਨਾ ਹਲਕੇ ਵਿੱਚ ਲੈਣਾ, ਸ਼ਾਇਦ ਇਹ ਕੇਸ ਜਿਹੜਾ ਉਹ ਦੱਸ ਰਿਹਾ ਕਿ ਜ਼ਿਆਦਾ ਕੁਝ ਕੀਤੇ ਜਾਣ ਦੀ ਲੋੜ ਸੀ। ਤੇ ਤੁਸੀਂ ਜੇ ਇੱਥੇ ਬ੍ਰੈਂਪਟਨ ਪੀਲ ਦੀ ਗੱਲ ਕਰਦੇ ਹੋ, ਜਦੋਂ ਤੋਂ ਹਸਪੀਟਲ 2007 ਤੋਂ ਬਣਿਆ ਕਾਫੀ ਅੱਛੇ ਕੰਮ ਵੀ ਕੀਤੇ ਹੋਣਗੇ, ਸ਼ਲਾਘਾ ਉਹਨਾਂ ਦੀ ਹੈ, ਪਰ ਤਰ੍ਹਾਂ ਦੀਆਂ ਜਿਹੜੀਆਂ ਜੀ ਕੋਈ ਮੁਸ਼ਕਿਲਾਂ ਕੰਪਲੇਂਟਸ ਉਹ ਭੈਣ ਭਰਾ ਬ੍ਰੈਂਪਟਨ ਹਸਪੀਟਲ ਬਾਰੇ ਦੱਸਦੇ ਰਹਿੰਦੇ ਨੇ। ਐਕਚੁਅਲ ਇਹੀ ਹੈ ਕਿ ਜਿਹੜੇ ਉੱਥੇ ਗੁਆਂਢ ਦੇ ਵਿੱਚ ਵੀ ਰਹਿੰਦੇ ਲੋਕ ਆ, ਕਾਫੀ ਉਹਨਾਂ ਦਾ ਮਨ ਜਿਹੜਾ ਜੀ ਭੰਗ ਮੋਹ ਹੋ ਚੁੱਕਾ ਕਹਿ ਲਓ ਕਿ ਬ੍ਰੈਂਪਟਨ ਹਸਪੀਟਲ ਤੋਂ, ਤੇ ਜੇ ਕੁਝ ਉਹਨਾਂ ਨੂੰ ਹੋਵੇ ਵੀ ਲੋੜ ਮਹਿਸੂਸ ਹੋਵੇ ਤੇ ਆਸ-ਪਾਸ ਦੇ ਸ਼ਹਿਰਾਂ 'ਚ ਮਿਲਟਨ, ਜਾਰਜ ਟਾਊਨ ਵਗੈਰਾ ਜਾਣ ਨੂੰ ਪਹਿਲ ਦਿੱਤੀ ਜਾਂਦੀ ਆ। ਤੇ ਇੱਥੇ ਜੇ ਹੁਣ ਵੀ ਐਮਰਜੈਂਸੀ 'ਚ ਬੈਠਾ ਕੋਈ ਅੱਖ ਥੱਕ ਜਾਵੇ, ਥੋੜ੍ਹਾ ਬਹੁਤਾ ਕੋਈ ਆਨਸਰ ਚਾਹਵੇ, ਬੋਲਣਾ ਗੱਲ ਕਰਨਾ ਚਾਹਵੇ ਨਰਸਜ਼ ਨਾਲ, ਤੇ ਉਹ ਜਾਣੀ ਕਿ ਇੰਨੀ ਛੇਤੀ ਆਪੇ ਤੋਂ ਬਾਹਰ ਹੋ ਸਕਦੀਆਂ ਵੀ ਉਹ ਸਿਕਿਉਰਿਟੀ ਕਾਲ ਕਰਨਗੀਆਂ। ਸੋ ਉਹੀ ਲੋਕ ਫਰਜ਼ ਕੀਤਾ ਵੀ ਜੇ ਹੋਰ ਸ਼ਹਿਰਾਂ ਦੇ ਹਸਪੀਟਲ ਵਿੱਚ ਜਾਂਦੇ ਆ ਉੱਥੇ ਉਹਨਾਂ ਤੇ ਸਿਕਿਉਰਿਟੀ ਕਾਲ ਕਰਨ ਦੀ ਲੋੜ ਨਹੀਂ ਪੈਂਦੀ,
ਬਰੈਂਪਟਨ ਦੇ ਹਸਪੀਟਲ ਵਿੱਚ ਇੰਨਾ ਕੀ ਗੱਲ ਆ ਵੀ ਆਮ ਲੋਕ ਜੇ ਜਾਣ ਕਿ ਇੰਨੀ ਜਿਹੜੀ ਛੇਤੀ ਥ੍ਰੈਟ ਫੀਲ ਕਰਦਾ ਸਟਾਫ ਵੀ ਉਹ ਸਿਕਿਉਰਿਟੀ ਕਾਲ ਕੀਤੀ ਜਾਂਦੀ ਹੈ। ਸੋ ਸਿਕਿਉਰਿਟੀ ਵੀ ਉਹਨਾਂ ਦੀ ਟੀਮ ਦਾ ਮੈਂਬਰ ਇੱਕ ਤਰੀਕੇ ਨਾਲ ਹਿੱਸੇ ਵਿੱਚ ਹੀ ਹੁੰਦੇ ਨੇ ਤੇ ਲੋਕਾਂ ਨਾਲ ਕਾਫੀ ਜਿਹੜਾ ਟ੍ਰੀਟਮੈਂਟ ਇਸ ਤਰੀਕੇ ਦਾ ਕੀਤਾ ਜਾਂਦਾ। ਆਮ ਤੌਰ ਤੇ ਇਹ ਹੁੰਦਾ ਜੀ ਵੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਸਟਾਫ ਉੱਤੇ ਕੰਮ ਕਰਦਾ ਉਹਨਾਂ ਤੇ ਜਾਂ ਸਾਡੀ ਕਮਿਊਨਿਟੀ ਦੇ ਲੋਕਾਂ ਵੱਲੋਂ ਕਾਫੀ ਲੱਗਦੀਆਂ ਰਹਿੰਦੀਆਂ ਵੀ ਇਹ ਸਰਵ ਨਹੀਂ ਸਾਨੂੰ ਕੈਨੇਡੀਅਨ ਸਟੈਂਡਰਡ ਦੇ ਮੁਤਾਬਕ ਕੀਤਾ ਜਾ ਰਿਹਾ। ਆਮ ਜਿਹੜਾ ਸਟਾਫ ਆ ਉਹ ਸਾਨੂੰ ਇੰਡੀਆ ਦੇ ਵਾਂਗੂ ਉੱਥੇ ਜਿਵੇਂ ਸਰਵ ਕੀਤਾ ਜਾਂਦਾ ਲੋਕਾਂ ਨੂੰ ਜਾਂ ਕਹਿ ਲਓ ਕਿ ਜਲੀਲ ਕੀਤਾ ਜਾਂਦਾ, ਉਹ ਜਿਹੜਾ ਰਵੱਈਆ ਇੱਥੇ ਅਪਣਾਇਆ ਜਾਂਦਾ। ਪਰ ਤਨਖਾਹਾਂ ਜਿਹੜੀਆਂ ਕੈਨੇਡੀਅਨ ਜਾਂ ਕਹਿ ਲਓ ਕਿ ਇੱਥੇ ਜੋ ਹੈਲਥ ਕੇਅਰ ਦੀਆਂ ਭਾਰੀ ਭਰਕਮ ਹੈਗੀਆਂ ਉਹ ਕੈਸ਼ ਕੀਤੀਆਂ ਜਾ ਰਹੀਆਂ ਤੇ ਵਿਵਹਾਰ ਜਿਹੜਾ ਉਹ ਪ੍ਰੋਫੈਸ਼ਨਲ ਲੋਕਾਂ ਨਾਲ ਨਹੀਂ ਰੱਖਿਆ ਜਾ ਰਿਹਾ। ਇਹ ਸ਼ਿਕਾਇਤਾਂ ਜਿਹੜੀਆਂ ਜੀ ਵੀ ਹਾਈਐਸਟ ਲੈਵਲ ਤੇ ਮੈਨੇਜਮੈਂਟ ਦੇ ਕੋਲ ਹੈਗੀਆਂ, ਪਰ ਉਹ ਵੀ ਸਾਰਾ ਸਾਲ 2007 ਤੋਂ ਇਨਵੈਸਟੀਗੇਸ਼ਨ ਹੀ ਕਰਦੇ ਰਹਿੰਦੇ ਆ, ਪਰ ਕਿਸੇ ਸਿਰ ਕੋਈ ਗੱਲ ਲੱਗੀ ਨਹੀਂ ਜੀ। ਜੀ ਲੋਕ ਤੁਸੀਂ ਬਹੁਤ ਹੀ ਵਧੀਆ ਜਿਹੜੀ ਇੱਕ ਗੱਲ ਵਿੱਚੋਂ ਮੈਨੂੰ ਇੱਕ ਪੁਆਇੰਟ ਲੱਗਿਆ ਹੈਗਾ ਕਿ ਜਿਸ ਹਿਸਾਬ ਨਾਲ ਟਰੱਕ ਡਰਾਈਵਰ ਨੇ ਉਹ 13 ਘੰਟੇ ਹੀ ਕੰਮ ਕਰ ਸਕਦੇ ਨੇ, ਟਰੱਕ ਚਲਾ ਸਕਦੇ ਨੇ, ਜਾਂ ਅਮਰੀਕਾ ਦੇ ਵਿੱਚ 11 ਘੰਟੇ ਚਲਾ ਸਕਦੇ ਨੇ। ਟੋਟਲ ਜਿਹੜੇ 14 ਆਵਰ ਹੁੰਦੇ ਨੇ ਜਿਹੜੇ ਡਰਾਈਵਿੰਗ ਦੇ ਟਾਈਮ ਦੇ ਹੁੰਦੇ ਨੇ ਜਿਹੜੇ ਕਮਰਸ਼ੀਅਲ, ਕਿਉਂ ਉਹਨਾਂ ਨੂੰ ਆਵਰ ਦਿੱਤੇ ਗਏ ਨੇ ਕਿਉਂਕਿ ਆਉਣ ਦਾ ਰੋਡ ਦਾ ਰਿਸਕ ਵੱਡਾ ਹੁੰਦਾ ਹੈਗਾ। ਜਿਹੜੀਆਂ ਸਾਡੀਆਂ ਨਰਸ ਹੈਗੀਆਂ ਨੇ ਸਾਨੂੰ ਕਿਸੇ ਦਾ ਕੋਈ ਜਿਹੜਾ ਸ਼ਿਕਵਾ ਨਹੀਂ ਹੈਗਾ, ਘੰਟੇ ਲਾ ਲਓ ਭਾਵੇਂ 24 ਆਵਰ ਕੰਮ ਤੇ ਕਰੋ, ਪਰ ਉਹ ਜਦੋਂ ਜਿਹੜੀਆਂ ਟ੍ਰੀਟਮੈਂਟ ਕਰਦੀਆਂ ਨੇ ਜਾਂ 20 ਘੰਟੇ 24 ਘੰਟੇ 18 ਘੰਟੇ ਦੀ ਜਿਹੜੀ ਸ਼ਿਫਟਾਂ ਹੁੰਦੀਆਂ ਨੇ ਕਿਉਂਕਿ ਉਹ ਵੀ ਤੱਕ ਵੀ ਆਉਂਦੀਆਂ ਨੇ ਤੇ ਜਦੋਂ ਉਹ ਟ੍ਰੀਟਮੈਂਟ ਕਰਦੀਆਂ ਨੇ ਉਹਨਾਂ ਦੇ ਕੁਛ ਨਾ ਕੁਛ ਆਵਰ ਹੋਣੇ ਚਾਹੀਦੇ ਨੇ ਜਾ ਕੇ ਨਹੀਂ ਵੀ ਇੰਨੇ ਘੰਟਿਆਂ ਤੋਂ ਬਾਅਦ ਜਿਹੜਾ ਹੈਗੀ ਨਰਸ ਆ ਭਾਵੇਂ ਡਾਕਟਰ ਹੈਗਾ ਕੰਮ ਨਹੀਂ ਕਰ ਸਕਦਾ ਹੈਗਾ। ਦੇਖੋ ਜੀ ਵੀ ਰੈਗੂਲਰ ਸਿਚੁਏਸ਼ਨ ਦੇ ਵਿੱਚ ਤਾਂ ਨੈਚੁਰਲੀ ਆ ਵੀ ਇਸ ਚੀਜ਼ ਦਾ ਖਿਆਲ ਰਹਿੰਦਾ, ਪਰ ਆਮ ਆਪਾਂ ਜਾਣਦੇ ਹਾਂ ਕਿਹਾ ਜਾਂਦਾ ਜੀ ਵੀ ਪਿਆਰ ਦੇ ਵਿੱਚ ਤੇ ਜੰਗ ਦੇ ਵਿੱਚ ਸਭ ਜਾਇਜ਼ ਹੈ। ਤੇ ਹੁਣ ਜੰਗ ਲੱਗੀ ਹੋਈ ਆ ਕਰੋਨਾ ਵਾਇਰਸ ਦੀ, ਤੇ ਕਰੋਨਾ ਵਾਇਰਸ ਦੇ ਨਾਲ ਜੰਗ ਲੜਨ ਦੇ ਸਾਡੇ ਕੋਲ ਹੈਗੇ ਇਹ ਹੈਲਥ ਕੇਅਰ ਵਰਕਰ, ਮਤਲਬ ਫੌਜ ਸਾਡੀ ਇਹੀ ਨੇ। ਤੇ ਹੁਣ ਉਸ ਵੇਲੇ ਫਿਰ ਫੌਜ ਤੇ ਜੰਗ ਦੀ ਸਥਿਤੀ ਦੇ ਵਿੱਚ ਹੰਗਾਮੀ ਹਾਲਤ ਆ ਜਿਹੜੀ ਉਹ ਅਪਲਾਈ ਹੋ ਜਾਂਦੀ ਆ। ਪਰ ਕੁੱਲ ਮਿਲਾ ਕੇ ਦੂਸਰੇ ਪਾਸੇ ਇਹ ਆ ਜੀ ਵੀ ਜਿਹੜੇ ਓਵਰ ਟਾਈਮ ਵੀ ਮਿਲੇ ਉਹ ਵਿਦਿਨ ਲਿਮਟ ਜਿਹੜਾ ਇਨ ਜਨਰਲ ਤਾਂ ਮਿਲਦਾ ਹੈ, ਪਰ ਦੂਸਰੇ ਪਾਸੇ ਹੁਣ ਓਮੀਕਰੋਨ ਇੰਨਾ ਫੈਲ ਰਿਹਾ ਕਿ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਰਹੇ ਆ ਉਹਨਾਂ ਦੀ ਕੇਅਰ ਕਰਨ ਵਾਸਤੇ ਸਟਾਫ ਹੈ ਜਿਹੜਾ ਦੀ ਜੁਟਾਉਣਾ ਔਖਾ, ਜਿਸ ਕਰਕੇ ਵੀ ਇਹ ਸਟਾਫ ਚਲੋ ਭਾਵੇਂ ਕਿ ਉਹ ਘੰਟੇ ਉੱਥੇ ਓਵਰ ਟਾਈਮ ਕੋ ਮੁਫਤ ਨਹੀਂ ਲਾ ਰਹੇ, ਜੇ 24 ਘੰਟੇ ਲਾ ਰਹੇ ਨੇ ਤੇ 24 ਘੰਟਿਆਂ ਦੇ ਉਹਨਾਂ ਨੂੰ ਭਾਰੀ ਭਰਕਮ ਜਾਣੀ $30 ਪਰ ਆਵਰ $40 ਪਰ ਆਵਰ ਉਹ ਸਭ ਕੁਝ ਉਹਨਾਂ ਨੂੰ ਮਿਲ ਰਿਹਾ ਐਜ਼ ਪਰ ਸਕੇਲ। ਸੋ ਜੇ ਫਰਜ਼ ਕੀਤਾ ਵੀ ਟਾਈਮ ਇੰਨਾ ਲੱਗ ਰਿਹਾ, ਸਰਵਿਸ ਦਿੱਤੀ ਜਾ ਰਹੀ ਆ ਤੇ ਉਹਦੇ ਨਾਲ ਉਹਨਾਂ ਦੇ ਬੈਂਕ ਅਕਾਊਂਟਾਂ ਦੇ ਵਿੱਚ ਵੀ ਰੌਣਕਾਂ ਜਿਹੜੀਆਂ ਪੂਰੀਆਂ ਵੱਧ ਰਹੀਆਂ। ਸੋ ਲੇਕਿਨ ਕਿ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਜੀ ਵੀ ਇਹਦੇ ਵਿੱਚ ਬਾਕੀ ਦੀਆਂ ਗੱਲਾਂ ਸ਼ਾਇਦ ਲੱਗਦਾ ਵੀ ਸਾਰੇ ਸਟੈਂਡਰਡਸ ਪਿੱਛੇ ਛੱਡ ਕੇ ਤੇ ਇਹ ਆ ਵੀ ਹਸਪੀਟਲ ਦੇ ਵਿੱਚ ਜਿਹੜੀ ਸਰਵਿਸ ਆ ਜਿਹੜੇ ਲੋਕ ਆ ਰਹੇ ਆ ਵੀ ਉਹਨਾਂ ਦੀ ਕੇਅਰ ਕਰਨ ਵਾਸਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹਾਲ ਰੱਖੀ ਜਾ ਸਕੇ। ਇਹ ਸਿਚੁਏਸ਼ਨ ਜਿਹੜੀ ਆ ਜੀ ਥੋੜੀ ਹੰਗਾਮੀ ਲੱਗ ਰਹੀ ਹੈ। ਹਾਂਜੀ, ਗੱਲ ਕਰੀਏ ਗੁਰਪ੍ਰੀਤ ਸਿੰਘ ਚੌਹਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਜੇਲ੍ਹ ਪੁਲਿਸ ਨੇ ਤੇ ਕਾਫੀ ਜ਼ਿਆਦਾ ਜਿਹੜੇ 2021 ਦੇ ਵਿੱਚ ਇਹਨਾਂ ਦੇ ਉੱਤੇ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਕਰਨਗੇ। ਹਾਂਜੀ, ਇਹ ਨਾ ਦੇਖੋ ਪੁਲਿਸ ਨੇ ਜਾਣੀ ਅਕਸਰ ਇੱਥੇ ਵਾਪਰ ਜਾਂਦਾ ਵੀ ਆਪਣੀ ਅਫਸਰਾਂ ਦੇ ਖਿਲਾਫ, ਕਾਂਸਟੇਬਲਸ ਦੇ ਖਿਲਾਫ, ਮੁਲਾਜ਼ਮਾਂ ਦੇ ਖਿਲਾਫ ਇਹਨਾਂ ਨੂੰ ਕਾਰਵਾਈਆਂ ਕਰਨੀਆਂ ਪੈ ਜਾਂਦੀਆਂ ਵੀ ਕੈਨੇਡਾ ਨੰਬਰ 1 ਦੇਸ਼ ਐਵੇਂ ਨਹੀਂ ਸੀਗਾ। ਇਸ ਦੇ ਕੁਝ ਕਾਰਨ ਸੀਗੇ ਜਿਹੜਾ ਇਹ ਲਿਹਾਜ਼ ਨਹੀਂ ਫਿਰ ਕੋਈ ਕੀਤਾ ਜਾਂਦਾ ਜੇ ਕੋਈ ਵੜੇਵੇਂ ਦੇ ਵਿੱਚ ਆ ਜਾਵੇ ਇਸ ਤਰੀਕੇ ਦੇ ਨਾਲ ਮਿਸਕੰਡਕਟ ਦੇ। ਤੇ ਇਹ ਹੁਣ 3 ਸਾਲਾਂ ਤੋਂ ਹਜੇ ਵਿੱਚ ਵੈਸੇ ਪੁਲਿਸ ਵਿੱਚ ਸੀ ਗੁਰਪ੍ਰੀਤ ਚੌਹਾਨ, ਜਿਹਦੇ ਬਾਰੇ ਅਪੀਲ ਪੁਲਿਸ ਨੇ ਕਿਹਾ ਵੀ ਇਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਔਰ ਇਹਨਾਂ ਨੂੰ ਚਾਰਜ ਵੀ ਕੀਤਾ ਗਿਆ ਔਰ ਚਾਰਜ ਕੀਤਾ ਗਿਆ ਵੀ 2018 ਤੋਂ ਲੈ ਕੇ ਸੋ ਲਗਭਗ ਸਮਝਿਆ ਜਾ ਸਕਦਾ ਵੀ ਜਦੋਂ ਤੋਂ ਅਪੀਲ ਪੁਲਿਸ ਦੇ ਵਿੱਚ ਹੀ ਹੈ 19 ਜਾਂ 20 ਤੇ 21 ਲੰਘ ਕੇ ਗਿਆ ਸਾਲ ਵੀ ਇਹਨਾਂ ਸਮਿਆਂ ਦੇ ਦੌਰਾਨ GTA ਦੇ ਵੱਖ-ਵੱਖ ਸ਼ਹਿਰ ਜਿਹਦੇ ਵਿੱਚ ਬਰੈਂਪਟਨ ਹੈ, ਟੋਰਾਂਟੋ ਹੈ, ਕੈਂਬਰਿਜ ਹੈ, ਉਹਨਾਂ ਸ਼ਹਿਰਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਇਹ ਸ਼ਾਮਲ ਸੀ ਜਿਹਦੇ ਵਿੱਚ ਕਿ ਜਾਣੀ ਵਾਇਲੈਂਟਲੀ ਇਹਨੇ ਹਥਿਆਰ ਦੇ ਨਾਲ ਅਸਾਲਟ ਵੀ ਕੀਤਾ ਹੈ, ਹਮਲਾ ਵੀ ਕੀਤਾ ਕਹਿ ਲਓ, ਤੇ ਇਹਦੇ ਨਾਲ ਹੀ ਜਾਣੀ ਕਿ ਪੀੜਤ ਜਿਹੜੇ ਸ਼ਿਕਾਰ ਹੋਏ ਇਹਨਾਂ ਦੀ ਜ਼ਿਆਦਤੀ ਦਾ ਵੀ ਉਹਨਾਂ ਦਾ ਨੁਕਸਾਨ ਵੀ ਕੀਤਾ ਜਾਇਦਾਦ ਦਾ। ਸੋ ਤਦ ਕਰਕੇ ਵੀ ਇਹਨਾਂ ਨੂੰ ਜਿਹੜਾ ਜੀ ਉਹ ਚਾਰਜ ਆ ਉਹ ਕੀਤਾ ਤੇ ਬਕਾਇਦਾ ਤੌਰ ਤੇ ਕ੍ਰਿਮੀਨਲ ਕੇਸ ਇਹਨਾਂ ਦੇ ਖਿਲਾਫ ਰਜਿਸਟਰ ਕਰਕੇ ਤੇ ਬਰੈਂਪਟਨ ਕੋਰਟ ਦੇ ਵਿੱਚ ਤਰੀਕਾਂ ਪੈਣੀਆਂ ਸ਼ੁਰੂ ਹੋਈਆਂ ਤੇ ਹੁਣ ਜਿਹੜੀ ਅਗਲੀ ਤਰੀਕ ਉਹ 7 ਮਾਰਚ ਦੀ ਹੈ, ਪਰ ਇੱਥੇ ਬਸ ਨਹੀਂ ਹੋ ਜਾਣੀ। ਬਰੈਂਪਟਨ ਕੋਰਟ ਦਾ ਜੋ ਵੀ ਡਿਸੀਜਨ ਹੋਵੇ
ਤੇ ਉਸ ਤੋਂ ਬਾਅਦ ਜਾਣੀ ਕਿ ਪੁਲਿਸ ਦਾ ਸਰਵਿਸਿਜ਼ ਐਕਟ ਦੇ ਮੁਤਾਬਕ ਜਿਹੜਾ ਜੀ ਵੀ ਇਹਨਾਂ ਦੇ ਹੋਰ ਵੀ ਇਨਵੈਸਟੀਗੇਸ਼ਨ ਜਿਹੜੀ ਖੋਲੀ ਜਾਣੀ ਆ ਤੇ ਇੰਟਰਨਲੀ ਵੀ ਇਹ ਦੇਖਿਆ ਜਾਣਾ ਵੀ ਪੁਲਿਸ ਦੇ ਵਿੱਚ ਕੰਮ ਕਰਨ ਦੇ ਫਿੱਟ ਬੰਦਾ ਹੈ ਕਿ ਨਹੀਂ। ਸੋ ਉਸ ਲਿਹਾਜ਼ ਨਾਲ ਇਹ ਗੁਰਪ੍ਰੀਤ ਚੌਹਾਨ ਹੋਣਾ ਦੀ ਗ੍ਰਿਫਤਾਰੀ ਜਿਹੜੀ ਹੈ ਚਰਚਾ ਵਿੱਚ ਹੈ ਜੀ। ਹਾਂਜੀ, ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਸਾਹਮਣੇ, ਕਿਉਂਕਿ 17 ਪੰਜਾਬੀਆਂ ਨੇ ਨਵੇਂ ਸਾਲ ਜਦੋਂ ਸੀਗਾ ਜੀ, ਇਸ ਸਾਲ ਦੇ ਸਟਾਰਟਿੰਗ ਦੇ ਵਿੱਚ ਉਹਨਾਂ ਦੇ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਜਿਹੜਾ ਹੋਇਆ ਹੈਗਾ, ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵੈਪਨ ਸੀਗੇ ਉਹ ਵੀ ਬਰਾਮਦ ਹੋਏ ਨੇ। ਸਾਡੀ ਕਮਿਊਨਿਟੀ ਜਾਂ ਸਾਡਾ ਯੂਥ ਕਿਹਦੇ ਰਸਤੇ ਤੁਰ ਪਿਆ? ਆਪਾਂ ਪੰਜਾਬ ਦੇ ਵਿੱਚ ਕਹਿੰਦੇ ਹੈਗੇ ਜੀ ਸਾਡਾ ਨਸ਼ੇ ਦੇ ਰਾਹ ਦੇ ਉੱਤੇ ਤੁਰ ਪਿਆ ਜੀ, ਪਰ ਜਿਹੜੇ ਸਾਡੇ ਇਸ ਮੁਲਕਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਆ, ਬਹੁਤ ਵਧੀਆ ਮੁਲਕ ਹੈਗਾ, ਕੈਨੇਡਾ ਨੰਬਰ 1 ਦੇ ਉੱਤੇ ਸੀਗਾ, ਪਰ ਹੁਣ ਸਾਡੀ ਕਮਿਊਨਿਟੀ ਹਰੇਕ ਵੀਕ ਐਵਰੀ ਡੇ ਸ਼ੂਟਿੰਗ ਹੋ ਰਹੀ ਆ ਜਾਂ ਰੋਬਰੀਜ਼ ਹੋ ਰਹੀਆਂ ਨੇ ਜਾਂ ਜਿਹੜੇ ਹਥਿਆਰ ਬੰਦ ਨੇ ਜਿਹੜੇ ਸੌਹਾਂ ਦੇ ਵਿੱਚ ਜਿਹੜੇ ਫੜੇ ਜਾ ਰਹੇ ਨੇ, ਕੀ ਕਿੱਦਾਂ ਨੱਥ ਪਾਈ ਜਾ ਸਕਦੀ ਹੈ? ਕੀ ਸਾਡੇ ਜਿਹੜੇ ਪੰਜਾਬੀ ਨੇਤਾ ਨੇ ਜਾਂ ਜਿਹੜੇ ਸਾਡੇ ਲੋਕ ਹੈਗੇ ਨੇ ਉਹਨਾਂ ਨੂੰ ਕਿੱਦਾਂ ਜਿਹੜਾ ਸਲੀਪ ਕੀਤਾ ਜਾ ਸਕਦਾ ਹੈਗਾ, ਕਿੱਦਾਂ ਪ੍ਰੇਰਿਤ ਕੀਤਾ ਜਾ ਸਕਦਾ ਹੈਗਾ ਜੀ? ਦੇਖੋ ਜੀ, ਲੱਗ ਰਿਹਾ ਵੀ ਇਹ ਕਿਸੇ ਦੇ ਕਹਿਣ ਦੇ ਕੀਤਿਆਂ ਘੱਟ ਤੇ ਆਪਣੇ ਥੋੜਾ ਜਿਹਾ ਦਿਮਾਗ ਦੀਆਂ ਗੰਦਗੀਆਂ ਸਾਫ਼ ਕਰਨ ਦੇ ਨਾਲ ਇਹ ਸੌਖਿਆਂ ਕੰਮ ਹੋ ਸਕਦਾ, ਕਿਉਂਕਿ ਕੈਨੇਡਾ ਦੇ ਨੰਬਰ 1 ਮੁਲਕ ਵੱਲ ਨੂੰ ਆਪਾਂ ਆ ਰਹੇ ਹਾਂ ਤੇ ਆ ਰਹੇ ਹਾਂ ਇਸ ਕਰਕੇ ਵੀ ਸਾਡੇ ਵਿੱਚ ਸ਼ਾਇਦ ਕਿਸੇ ਐਡਜਸਟਮੈਂਟ ਦੀ ਲੋੜ ਆ, ਪਰ ਇੱਥੇ ਪਹੁੰਚ ਕੇ ਸਾਨੂੰ ਲੱਗਦਾ ਵੀ ਅਸੀਂ ਨਾਤੇ ਧੋਤੇ ਸਭ ਕੁਝ ਠੀਕ ਹੀ ਆ ਤੇ ਇਹਨਾਂ ਲੋਕਾਂ ਦੇ ਵਿੱਚ ਹੀ ਕੋਈ ਐਡਜਸਟਮੈਂਟ ਦੀ ਲੋੜ ਹੋਏਗੀ। ਸੋ ਕਹਿਣ ਦਾ ਮਤਲਬ ਇਹ ਆ ਜੀ ਕਿ ਅਸੀਂ 2 ਟੈਚੀ ਵੀ ਚੱਕੇ, ਪਰ ਦਿਮਾਗਾਂ ਦਾ ਕੂੜਕ ਬੜਾ ਗੰਦਗੀਆਂ ਉੱਦਾਂ ਹੀ ਜਹਾਜ਼ ਦੇ ਵਿੱਚ ਨਾਲ ਹੀ ਇੰਪੋਰਟ ਕੈਨੇਡਾ ਦੇ ਵਿੱਚ ਕਰ ਲਈਆਂ ਤੇ ਉਹਨਾਂ ਨੂੰ ਇਸ ਸਮਾਜ ਦੁਨੀਆ ਦੇ ਨੰਬਰ 1 ਮੁਲਕ ਦੇ ਵਿੱਚ ਲਿਆ ਕੇ ਰਲਗੱਡ ਕੀਤਾ ਜਾ ਰਿਹਾ, ਕਿਉਂਕਿ ਵੀ ਇਹ ਨੰਬਰ 1 ਦੇਸ਼ ਕੋਈ ਇਸ ਕਰਕੇ ਹੁੰਦਾ ਵੀ ਉਸ ਮੁਲਕ ਦੇ ਲੋਕਾਂ ਦਾ ਕਿਰਦਾਰ ਨੰਬਰ 1 ਹੈ। ਕਿ ਜੇ ਹੁਣ ਤੁਸੀਂ ਦੇਖ ਲਓ ਜਿੱਥੇ ਜਿੱਥੇ ਜਾਣੀ ਕਿ ਮਿਲਾਵਟ ਕੋਈ ਦਿਮਾਗਾਂ ਵਾਲੇ ਲੋਕ ਆ ਕੇ ਮਤਲਬ ਉਹਨਾਂ ਦਾ ਜਮਘਟਾ ਹੋ ਗਿਆ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਕਿ ਉਹ ਕੈਨੇਡਾ ਨੰਬਰ 1 ਉਸ ਏਰੀਆ ਦੇ ਵਿੱਚ ਰਹਿ ਗਿਆ, ਉੱਥੋਂ ਜਿਹੜਾ 200 ਕਿਲੋਮੀਟਰ ਬਾਹਰ ਨਿਕਲ ਕੇ ਦੇਖੋ ਵੀ ਅਜੇ ਵੀ ਕੈਨੇਡਾ ਨੰਬਰ 1 ਹੈ ਕਿ ਨਹੀਂ ਹੈ। ਸੋ ਕਈ ਵਾਰੀ ਆਪਾਂ ਨੂੰ ਕਸੂਰ ਨਹੀਂ ਲੱਭਦਾ ਹੁੰਦਾ, ਪਰ ਕਸੂਰ ਲੱਭਣਾ ਔਖਾ ਕੰਮ ਨਹੀਂ, ਪਰ ਮੈਨੂੰ ਲੱਗਦਾ ਹੁੰਦਾ ਕਿ ਕਸੂਰ ਨੂੰ ਮੰਨਣ ਲਈ ਜਿਹੜੀ ਦਲੇਰੀ ਤੇ ਸਪਸ਼ਟਤਾ ਤੇ ਸਾਫ਼ ਮਨ ਸਾਡੇ ਕੋਲ ਚਾਹੀਦਾ ਉਹ ਹੈ ਨਹੀਂ ਹੈ। ਅਸੀਂ ਮੰਨਣ ਨੂੰ ਤਿਆਰ ਨਹੀਂ ਵੀ ਵਾਕਈ ਸਾਡੇ ਵਿੱਚ ਆਪਣੇ ਵਿੱਚ ਕਿਸੇ ਐਡਜਸਟਮੈਂਟ ਦੀ ਲੋੜ ਆ। ਸੋ ਕਹਿਣ ਦਾ ਮਤਲਬ ਇਹ ਆ ਵੀ ਜੇ ਹੁਣ ਪੰਜਾਬ ਸਾਨੂੰ ਨੱਕ ਲੱਗਿਆ, ਭਾਰਤ ਸਾਨੂੰ ਲੱਗਾ ਵੀ ਸਾਡੇ ਰਹਿਣ ਯੋਗ ਜਗ੍ਹਾ ਨਹੀਂ ਹੈਗੀ, ਕੈਨੇਡਾ ਸਾਨੂੰ ਉੱਥੇ ਬੈਠਿਆਂ ਬਹੁਤ ਯਾਦ ਆਉਂਦੀ ਹੈ ਤੇ ਆਪਣਾ ਆਪ ਵੇਚਣ ਤੱਕ ਤਿਆਰ ਹੁੰਦੇ ਕੈਨੇਡਾ ਆਉਣ ਦੇ ਲਈ, ਤੇ ਇੱਥੇ ਪਹੁੰਚ ਕੇ ਫਿਰ ਜਾ ਕੇ ਸਾਡਾ ਕਿਰਦਾਰ ਉੱਥੇ ਵਾਲਾ ਹੀ ਆ ਛਿੱਦਰੀ, ਤੇ ਉਹਨੇ ਫਿਰ ਨਤੀਜੇ ਵੀ ਉਹੀ ਸਾਹਮਣੇ ਲਿਆਉਣੇ ਆ ਆਪਣੀ ਨਿੱਜੀ ਜ਼ਿੰਦਗੀ ਦੇ ਵਾਸਤੇ ਵੀ ਤੇ ਨੱਚਵਲੀਆ ਕੈਨੇਡਾ ਦੇਸ਼ ਵਾਸਤੇ ਵੀ ਜਿਹੜਾ ਕਿ ਨੰਬਰ 1 ਫਿਰ ਜਦੋਂ ਕਿਸੇ ਵੀ ਖਿੱਤੇ ਵਿੱਚ ਇਦਾਂ ਦੇ ਖੱਟ ਦਿਮਾਗ ਲੋਕ ਵਧਣਗੇ ਤੇ ਉਹ ਨੰਬਰ 1 ਫਿਰ ਕਿੱਥੋਂ ਰਹਿ ਜਾਊਗਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਇੱਥੇ ਆ ਕੇ ਜੇ ਅਸੀਂ ਕੈਨੇਡਾ 'ਚ ਨੁਕਸ ਸਾਨੂੰ ਲੱਭਣੇ ਮਤਲਬ ਬਹੁਤ ਲੱਭਦੇ ਆ ਤੇ ਨੁਕਸ ਤੇ ਮੈਂ ਤੇ ਸਾਰੀ ਧਰਤੀ ਘੁੰਮ ਕੇ ਦੇਖੀ ਗੱਲ ਸਭ ਕੁਝ ਜਗ੍ਹਾ ਮੈਨੂੰ ਤੇ ਦਿਸੀ ਨਹੀਂ ਜਿੱਥੇ ਨੁਕਸ ਹੈ ਨਹੀਂ, ਕਿਉਂਕਿ ਇਹ ਜਿਹੜੀ ਸੰਪੂਰਨਤਾ ਆ ਪਰਫੈਕਸ਼ਨ ਆ ਇਹ ਤੇ ਕੁਦਰਤ ਵਿੱਚ ਹੈ ਹੀ ਨਹੀਂ ਹੈ, ਕਿਤੇ ਨਾ ਕਿਤੇ ਕਮੀ ਬੇਟਬਤਾ ਉਹ ਹੁੰਦੀ ਹੀ ਆ ਵਿਅਕਤੀਆਂ ਦੇ ਵਿੱਚ ਵੀ ਤੇ ਅਸਥਾਨਾਂ ਦੇ ਵਿੱਚ ਵੀ। ਸੋ ਤਦ ਕਰਕੇ ਇਹ ਆ ਜੀ ਵੀ ਜਿੱਥੇ ਵੀ ਧਰਤੀ ਤੇ ਰਹਿ ਕੇ ਅਸੀਂ ਆਪਣੇ ਨੁਕਸ ਠੀਕ ਕਰ ਲਈਏ ਉਹ ਜਗ੍ਹਾ ਉੱਤਮ ਹੋ ਸਕਦੀ ਹੈ, ਪਰ ਕਿਉਂਕਿ ਵੀ ਅਸੀਂ ਨੁਕਸ ਆਪਣੇ ਵਿੱਚ ਨਹੀਂ ਦੂਸਰਿਆਂ ਦੇ ਵਿੱਚ ਵੱਡੇ ਕਰਕੇ ਜਿਹੜੇ ਉਹ ਦੇਖਣਾ ਚਾਹੁੰਦੇ ਆ, ਤਦੇ ਕਰਕੇ ਅਸੀਂ ਦੇਖਿਆ ਸੀਗਾ ਵੀ 2020 ਦੇ ਦੌਰਾਨ 2021 ਦੇ ਦੌਰਾਨ ਪਿਛਲੇ ਸਾਲ ਦੇ ਵਿੱਚ ਹੀ ਖਾਸ ਤੌਰ ਤੇ GTA ਦੇ ਵਿੱਚ ਹੀ 365 ਦਿਨਾਂ ਦੇ ਵਿੱਚ 85 ਦੇ ਕਰੀਬ ਜਿਹੜੇ ਪੰਜਾਬੀ ਤੇ ਪੰਜਾਬਣਾ ਅਲੱਗ ਤਰ੍ਹਾਂ ਦੇ ਨਿੱਕੋ ਤੋਂ ਲੈ ਕੇ ਵੱਡੇ ਅਪਰਾਧਾਂ ਦੇ ਵਿੱਚ ਚਾਰਜ ਹੋਏ ਤੇ ਹੋਈਆਂ ਸੀਗੇ, ਤੇ ਨਵੇਂ ਸਾਲ ਤੋਂ ਨਵੇਂ ਸਿਰੇ ਤੋਂ ਗਿਣਤੀ ਸ਼ੁਰੂ ਹੋਈ ਹੈ ਤੇ ਗਿਣਤੀ ਅਜੇ ਇੱਕ ਹਫ਼ਤਾ ਨਵਾਂ ਸਾਲ ਬੀਤਿਆ ਤੇ 19 ਤੱਕ ਪਹੁੰਚ ਚੁੱਕੀ ਹੈ ਜੀ। ਸੋ 19 ਤੱਕ ਗਿਣਤੀ ਪਹੁੰਚ ਚੁੱਕੀ ਹੈ, ਅੱਗੋਂ ਰੱਬ ਸੁੱਖ ਰੱਖੇ। ਪਰ ਇਹ 2 ਗ੍ਰਿਫਤਾਰੀਆਂ ਜਿਹੜੀਆਂ 19 ਦੇ ਵਿੱਚੋਂ ਹੋਈਆਂ ਇਹ ਸੀਗਾ ਹਰਿੰਦਰ ਸਿੰਘ ਤੇ ਰੂਪਲਪ੍ਰੀਤ ਕੌਰ। ਇਹ ਕੈਲੇਟਨ, ਹੁਣ ਤੁਸੀਂ ਦੇਖੋ ਕੈਲੇਟਨ ਕਿੱਡਾ ਕੁ ਪਿੰਡ ਆ ਕਿਤੇ, ਹਨਾ, ਵੀ ਜਿੱਧਰ ਨੂੰ ਆਪਾਂ ਜਾਂਦੇ ਹਾਂ ਗੰਦਗੀ ਨਾਲ ਲੈ ਕੇ ਜਾਂਦੇ ਹਾਂ। ਜੇ ਟੋਰੰਟੋ ਤੋਂ ਆਬਾਦੀ ਬਰੈਂਪਟਨ ਵੱਲ ਨਿਕਲੀ ਸੀ, ਪਹਿਲਾਂ ਟੋਰੰਟੋ ਦੀਆਂ ਕਚਹਿਰੀਆਂ 'ਚ ਬਥੇਰੇ ਸਾਡੇ ਮੇਲੇ ਲੱਗਦੇ ਰਹੇ, ਫਿਰ ਬਰੈਂਪਟਨ ਦੀ ਕਚਹਿਰੀ 'ਚ ਲੱਗਣੇ ਸ਼ੁਰੂ ਹੋ ਗਏ, ਇੱਥੇ ਆਬਾਦੀ ਵਧੀ ਤਾਂ ਹੁਣ ਕੈਲੇਟਨ ਉੱਧਰ ਔਰੇਂਜ ਵੱਲ ਸਾਡੀ ਪਾਪੂਲੇਸ਼ਨ ਵੱਧ ਰਹੀ ਹੈ ਤੇ ਔਰੇਂਜ ਵੱਲ ਦੀ ਕਚਹਿਰੀ ਦੇ ਵਿੱਚ ਮੇਲਾ ਜਾ ਕੇ ਦੇਖ ਲਿਓ ਵੀ ਕਿੱਦਾਂ ਦੇ ਲੋਕ ਉੱਥੇ ਤਰੀਕਾਂ ਭੁਗਤਣ ਆ ਰਹੇ ਆ ਰੋਜ਼। ਸੋ ਤਦ ਕਰਕੇ ਜੀ ਇਹ ਹੁਣ ਕੈਲੇਟਨ ਪਿੰਡ ਦੇ ਵਿੱਚ ਜਾਣੀ ਪਤਾ ਲੱਗਾ ਸੀਗਾ ਵੀ ਇਹ ਭਾਈ ਸਾਹਿਬ ਹਰਿੰਦਰ ਕਿਸੇ ਮਾਮਲੇ ਦੇ ਵਿੱਚ ਚਾਰਜ ਹੋਇਆ, ਬਰੈਂਪਟਨ ਦੀ ਕੋਰਟ ਦੇ ਵਿੱਚੋਂ ਬੇਲ ਇਹਦੀ ਕਰਵਾਈ ਗਈ ਸੀਗੀ ਤੇ ਜ਼ਮਾਨਤ ਦੇ ਇਹ ਬਾਹਰ ਸੀਗਾ, ਪਰ ਜ਼ਮਾਨਤ ਦੀਆਂ ਜਿਹੜੀਆਂ ਸ਼ਰਤਾਂ ਹੁੰਦੀਆਂ ਉਹ ਇਹ ਨਹੀਂ ਸੀ ਮੰਨ ਰਿਹਾ, ਯਾਨੀ ਜ਼ਮਾਨਤੀ ਦੇ ਵਸ ਵਿੱਚੋਂ ਜਦੋਂ ਬਾਹਰ ਹੋਇਆ ਤੇ ਉਹਨੇ ਫਿਰ ਪੁਲਿਸ ਨੂੰ ਦੱਸਿਆ ਕਿ ਇਹ ਨਹੀਂ ਸਾਡੀ ਗੱਲ ਮੰਨ ਰਿਹਾ, ਹੁਣ ਆਪੇ ਦੇਖ ਲਓ ਮੁੜ ਕੇ ਸਾਨੂੰ ਨਾ ਕਿਉਂ।
ਪੁਲਿਸ ਫਿਰ ਇਹਨੂੰ ਘਰੋਂ ਅਰੈਸਟ ਕਰਨ ਪਹੁੰਚੀ ਆ ਤੇ ਉੱਥੋਂ ਇਹ ਰੂਬਲ ਇਹ ਕੁੜੀ ਨੂੰ ਨਾਲ ਲੈ ਕੇ ਜਾਣੇ ਨਿਕਲਿਆ ਆਪਣੀ ਗੱਡੀ ਦੇ ਵਿੱਚ ਬੈਠਾ ਤੇ ਪੁਲਿਸ ਵਾਲਿਆਂ ਦੇ ਵਿੱਚ ਵੀ ਗੱਡੀ ਮਾਰੀ ਇਹਨੇ ਤੱਤ ਭੜੱਤ ਦੇ ਵਿੱਚ, ਉਹਨਾਂ ਦੇ ਕਰੂਜ਼ਰਾਂ ਵਿੱਚ ਵੀ ਜਾਣੀ ਇਹਨੇ ਗੱਡੀ ਮਾਰੀ ਤੇ ਉੱਥੋਂ ਗਾਂ ਸੜਕ ਤੇ ਫਿਰ ਤਾਂ ਇੱਕ ਹੋਰ ਕਾਰ ਖੜੀ ਸੀ ਉਹ 'ਚ ਵੀ ਗੱਡੀ ਮਾਰੀ ਜਾ ਕੇ। ਤੇ ਜਦੋਂ ਪੁਲਿਸ ਦਾ ਪਰ ਘੇਰਾ ਪੈ ਜਾਏ ਫਿਰ ਉਹ ਛੱਡਦੇ ਤਾਂ ਕਿੱਥੇ ਆ ਕਾਬੂ, ਲੇਕਿਨ ਕਿ ਇਹ ਆ ਗਿਆ ਜੀ। ਸੋ ਉਸ ਲਿਹਾਜ਼ ਨਾਲ ਹੁਣ ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਫਿਰ ਜਿੰਨੀਆਂ ਇਹਦੀਆਂ ਫੁਰਤੀਆਂ ਸੀਗੀਆਂ ਉਸ ਲਿਹਾਜ਼ ਨਾਲ ਹੀ ਇਹਦੇ ਤੇ ਜਿਹੜੇ ਜੀ ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਦਰਜ ਹੋਣੇ ਸੀਗੇ, ਜਿਹਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਆਪਾਂ ਕੈਨੇਡਾ ਆਏ ਹੋਏ ਆ ਤੇ ਇਸ ਕੰਮ ਆਏ ਆ ਕਿ ਭਾਈ ਸਾਹਿਬ ਤੇ ਦੋਸ਼ ਲੱਗਾ ਹਰਿੰਦਰ ਤੇ ਕਿ ਪੁਲਿਸ ਅਫਸਰ ਉੱਪਰ ਹਥਿਆਰ ਨਾਲ ਹਮਲਾ ਕਰਨਾ। ਪੁਲਿਸ ਅਫਸਰ ਉੱਪਰ ਹਥਿਆਰ ਨਾਲ ਹਮਲਾ ਕਰਨਾ ਮਤਲਬ ਆਪਾਂ ਕਿਹੜੇ ਕੰਮੀ ਘਰੋਂ ਤੁਰੇ ਹੋਏ ਆ ਤੇ ਕਿਹੜੇ ਕੰਮ ਕਰ ਰਹੇ ਆ। ਖਤਰਨਾਕ ਤਰੀਕੇ ਨਾਲ ਗੱਡੀ ਵੀ ਇਹਨੂੰ ਚਲਾਉਣ ਦਾ ਦੋਸ਼ ਲੱਗਾ ਹੈ ਤੇ ਬਾਕੀ ਉਹ ਜਿਸ ਤਰ੍ਹਾਂ ਦੱਸਿਆ ਵੀ ਜ਼ਮਾਨਤ ਦੀਆਂ ਸ਼ਰਤਾਂ ਦੇ ਉਲੰਘਣਾ ਤੇ ਕੀਤੀ ਸੀਗੀ। ਇਹ ਜਿਹੜੀ ਬੀਬੀ ਜੀ ਆ ਰੂਬਲਪ੍ਰੀਤ ਕੌਰ ਇਹਦੇ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਕਿ ਤੂੰ ਪੁਲਿਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਹੈ। ਸੋ ਕਿਤੇ ਕਿਤੇ ਜਾਣੀ ਕਿ ਉਹਦੀ ਗ੍ਰਿਫਤਾਰੀ ਜਿਹੜੀ ਇਹਦਾ ਵੀ ਉਹ ਵਿਰੋਧ ਕਰ ਰਹੀ ਹੋ ਸਕਦੀ ਹੈ ਕਿਉਂਕਿ ਸਾਥ ਦਿੱਤਾ ਹੈ। ਸੋ ਇਸ ਤਰ੍ਹਾਂ ਦੀ ਕਿ ਇਹ ਜੋੜਾ ਜਿਹੜਾ ਕਾਬੂ ਕੀਤਾ ਗਿਆ, ਹੁਣ ਦੇਖੋ ਵੀ ਹੋਰ ਕੀ ਹੁੰਦਾ, ਅਜੇ ਦਿਨ ਤੇ ਕਾਫੀ ਪਏ ਆ ਇਸ ਨਵੇਂ ਸਾਲ 'ਚ। ਜੀ ਗੱਲ ਕਰਦੇ ਹਾਂ ਜਿਹੜੇ ਸਾਡੇ ਕੈਨੇਡਾ ਅਮਰੀਕਾ ਤੋਂ ਵੱਖ-ਵੱਖ ਮੁਲਕਾਂ ਨੂੰ ਜਿਹੜੇ ਹੁਣ ਪੰਜਾਬ ਵੱਲ ਜਾ ਰਹੇ ਨੇ ਜਾਂ ਸਾਡੇ ਬਜ਼ੁਰਗ ਜਾਂ ਸਾਡੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਜਿਹੜਾ 11 ਜਨਵਰੀ ਤੋਂ ਜਿਹੜੇ ਨਵੇਂ ਕਾਨੂੰਨ ਕਹਿੰਦੇ ਹੈਗੇ ਨੇ, ਨਵਾਂ ਲਾ ਜਿਹੜਾ ਹੈਗਾ ਉੱਥੇ ਜਾ ਕੇ ਕਿੰਨੇ ਦਿਨ ਕੁਆਰੰਟੀਨ ਹੋਣਾ ਪੈਣਾ ਹੈਗਾ, ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਜੀ ਸਾਂਝ ਪਾਓ ਕਿਹੜੇ ਪਾਬੰਦੀਆਂ ਹੈਗੇ ਨੇ ਉੱਥੇ ਜਾਣ ਵਾਸਤੇ। ਬਿਲਕੁਲ ਜੀ, ਅੱਜ 8 ਜਨਵਰੀ ਹੋ ਗਈ ਆ, ਮਤਲਬ ਜਿਹੜੇ ਆ ਕਹਿ ਲਓ ਵੀ ਐਤਵਾਰ ਦੀ ਰਾਤ ਤੋਂ ਬਾਅਦ ਉੱਥੇ ਪਹੁੰਚਣੇ ਸ਼ੁਰੂ ਹੋ ਜਾਣਗੇ। 11 ਜਨਵਰੀ ਤੋਂ ਹਰ ਇੱਕ ਜਿਹੜਾ ਫੋਰਨ ਇੰਟਰਨੈਸ਼ਨਲ ਟਰੈਵਲ ਇੰਡੀਆ ਦੇ ਵਿੱਚ ਉਹ ਪਹੁੰਚੇਗਾ, ਅਰਾਈਵ ਕਰੇਗਾ। ਬਾਈ ਏਅਰ ਹੀ ਜਾਂਦੇ ਆਮ ਤੌਰ ਤੇ ਲੋਕ, ਪਰ ਕਿਉਂਕਿ ਵੀ ਉੱਥੇ ਬਾਈ ਸ਼ਿਪ ਜਾਂ ਬਾਈ ਰੋਡ ਬਾਈ ਰੇਲ ਵੀ ਐਂਟਰ ਹੋਇਆ ਜਾ ਸਕਦਾ ਆਸ-ਪਾਸ ਦੇ ਦੇਸ਼ਾਂ ਦੇ ਵਿੱਚੋਂ, ਜਿਸ ਕਰਕੇ ਜੀ ਵੀ ਇਹ ਹਰ ਤਰ੍ਹਾਂ ਦੇ ਇੰਟਰਨੈਸ਼ਨਲ ਟਰੈਵਲ ਤੇ ਇਹ ਕੰਡੀਸ਼ਨ ਉਹਨਾਂ ਨੇ ਲਗਾਈ ਆ ਵੀ ਕੋਈ ਵੀ ਜਿਹੜੇ ਫੋਰਨ ਤੋਂ ਲੋਕ ਐਂਟਰ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤ ਦੇ ਵਿੱਚ ਉਹਨਾਂ ਨੂੰ ਮਿਨੀਮਮ 1 ਵੀਕ ਮਤਲਬ 7 ਡੇਜ਼ ਦਾ ਜਿਹੜਾ ਵੀ ਹੋਮ ਕੁਆਰੰਟੀਨ ਕਰਨਾ ਪਊਗਾ। ਘਰ ਦੇ ਵਿੱਚ ਜਾਣੀ ਕਿ ਸੈਲਫ ਆਈਸੋਲੇਸ਼ਨ ਦਾ ਪਲਾਨ ਆ ਜਿਹੜਾ ਉਹ ਦੇਣਾ ਪਊਗਾ ਉੱਥੇ ਏਅਰਪੋਰਟ ਦੇ ਉੱਤੇ, ਪੋਰਟ ਆਫ ਐਂਟਰੀ ਦੇ ਉੱਤੇ। ਤੇ ਦੂਸਰਾ ਇਹ ਆ ਜੀ ਵੀ ਉਸ ਤੋਂ ਬਾਅਦ ਫਿਰ 8ਵੇਂ ਦਿਨ ਜਾਣੀ ਕਿ ਉਹਨਾਂ ਨੂੰ ਕੋਵਿਡ ਦਾ ਆਪਣਾ ਟੈਸਟ ਕਰਾਉਣਾ ਪਊਗਾ। 8ਵੇਂ ਦਿਨ ਕੋਵਿਡ ਦੇ ਟੈਸਟ ਦੀ ਰਿਪੋਰਟ ਜਿਹੜੀ ਆ ਉਹ ਇੰਡੀਆ ਦੇ ਵਿੱਚ ਜਿਹੜੀ ਐਪ ਉਹਨਾਂ ਨੇ ਬਣਾਈ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਜੀ ਵੀ ਅਪਲੋਡ ਕਰਨਾ ਪਏਗਾ। ਉਸ ਦੇ ਨਾਲ ਹੁਣ ਕੱਲੀ ਰਿਪੋਰਟ ਨਾਲ ਨਹੀਂ ਸੁਣਨਾ, ਨਾਲ ਇੱਕ ਡੈਕਲਾਰੇਸ਼ਨ ਕਰ ਲਓ ਵੀ ਹਲਫੀਆ ਬਿਆਨ ਵੀ ਅਪਲੋਡ ਕਰਨਾ ਪੈਣਾ ਵੀ ਇਹ ਰਿਪੋਰਟ ਜਿਹੜੀ ਹੈ ਕਰਵਾਈ ਹੈ, ਅਸਲੀ ਇਹ ਮਾਨਤਾ ਪ੍ਰਾਪਤ ਲੈਬ ਤੋਂ ਮੈਂ ਕਰਵਾਈ ਹੈ ਤੇ ਸਹੀ ਹੈ, ਇਹਦੇ ਵਿੱਚ ਗਲਤੀ ਕੋਈ ਨਹੀਂ, ਮਤਲਬ ਕਿ ਉਹਦੇ ਵਿੱਚ ਖਰੀਦ ਵਿੱਚ ਵਾਲਾ ਕੋਈ ਕੰਮ ਨਹੀਂ ਹੈਗਾ। ਸੋ ਇਸ ਕਰਕੇ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਜੀ ਵੀ ਕੋਵਿਡ ਫੈਲ ਰਿਹਾ, ਓਮਿਕਰੋਨ ਵੱਡੀ ਤਾਦਾਦ ਦੇ ਵਿੱਚ ਮੁੰਬਈ ਦੀ ਏਅਰਪੋਰਟ ਤੇ ਵੀ ਕਾਫੀ ਜਿਹੜਾ ਜੀ ਸਖਤੀ ਕੀਤੀ ਜਾ ਰਹੀ ਹੈ। ਇੰਟਰਨੈਸ਼ਨਲ ਟਰੈਵਲ ਦੇ ਆਉਣ ਤੋਂ ਬਾਅਦ ਕਾਫੀ ਵੱਡੀ ਤਾਦਾਦ ਦੇ ਵਿੱਚ ਖਾਸ ਤੌਰ ਤੇ 13 ਦੇਸ਼ ਜਿਹੜੇ ਉਹਨਾਂ ਨੇ ਇਨਕਲੂਡਿੰਗ ਯੂਰਪੀਅਨ ਸਾਰੇ ਦੇਸ਼ ਉਹਦੇ ਵਿੱਚ ਹੈਗੇ ਆ, UAE ਵੀ ਹੈਗਾ, ਦੁਬਈ, ਲੇਕਿਨ ਕਿ ਅਮਰੀਕਾ ਕੈਨੇਡਾ ਉਹਦੇ ਵਿੱਚ ਨਹੀਂ ਆ ਵੀ ਹਰ ਇੱਕ ਜਿਹੜਾ ਉੱਥੇ ਉਹਨਾਂ ਦੇਸ਼ਾਂ 13 ਦੇ ਵਿੱਚੋਂ ਪਹੁੰਚਣ ਵਾਲਾ ਵੀ ਉਹਨਾਂ ਦਾ ਤਾਂ ਕੋਵਿਡ ਟੈਸਟ ਹੁੰਦਾ ਹੈ। ਬਾਕੀ ਹੋਰ ਸਾਰੇ ਦੇਸ਼ਾਂ ਦੇ ਵਿੱਚੋਂ ਇਹ ਹੋ ਸਕਦਾ ਵੀ ਹਰੇਕ ਪਲੇਨ ਦੇ ਵਿੱਚੋਂ ਉਹ ਕੁਝ ਪਰਸੈਂਟੇਜ 10-15 ਜਿਹੜੇ ਆ ਵੀ ਪੈਸੇਂਜਰਸ ਆਇਡੈਂਟੀਫਾਈ ਕਰਕੇ ਰੈਂਡਮਲੀ ਉਹਨਾਂ ਦਾ ਕੋਵਿਡ ਟੈਸਟ ਵੀ ਕਰਨ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਜਾਣੀ ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਕਾਫੀ ਲੰਬਾ ਸਮਾਂ ਇਹੋ ਜਿਹੀਆਂ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਉੱਥੇ ਪਹੁੰਚ ਕੇ 7 ਦਿਨ ਘਰੇ ਜਿਹੜਾ ਜੀ ਵੀ ਉਹ ਇਕਾਂਤਵਾਸ ਕਰਨਾ ਪਏਗਾ। ਹਾਂਜੀ, ਨਾਲ ਇਹ ਵੀ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਜੀ ਤੁਸੀਂ ਇਸ ਨੂੰ ਲਾਈਟ ਨਾ ਲਿਓ, ਜਿਹੜਾ 7 ਦਿਨ ਹੈਗਾ ਹੈ ਤੋਂ ਤੁਹਾਨੂੰ ਜਿਹੜਾ ਕੁਆਰੰਟੀਨ ਘਰੇ ਹੀ ਰਹਿਣਾ ਪੈਣਾ। ਅਗਰ ਜੇ ਤੁਹਾਨੂੰ ਕਿਸੇ ਨੇ ਬਾਹਰ ਦੇਖ ਲਿਆ ਜੀ ਸਵਾਲ ਤਾਂ ਤੇ ਕਹਿ ਰਹੇ ਜੀ, ਕਿਉਂਕਿ ਜੇ ਤੁਹਾਨੂੰ ਕਿਸੇ ਨੇ ਦੇਖ ਲਿਆ ਤਾਂ ਤੁਹਾਨੂੰ ਜਿਹੜੀ ਪੁਲਿਸ ਹੈਗੀ ਚਾਰਜ ਕਰ ਸਕਦੀ ਹੈ, ਤਾਂ ਤੁਹਾਨੂੰ ਜਿਹੜੇ ਤੁਹਾਡੇ ਓਮਿਕਰੋਨ ਦੇ ਜਾਂ ਕਰੋਨਾ ਫੈਲਾਉਣ ਦੇ ਜਿਹੜੇ ਤੁਹਾਡੇ ਉੱਤੇ ਕੇਸ ਨੇ, ਜਿਹੜੇ ਤੁਹਾਡਾ ਜਿਹੜਾ ਪਾਸਪੋਰਟ ਹੈਗਾ ਉਹ ਵੀ ਜ਼ਬਤ ਕੀਤਾ ਜਾ ਸਕਦਾ। ਇੱਥੇ ਤੱਕ ਜਿਹੜੀ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੇ ਜਾਂ ਭਾਰਤੀ ਸਰਕਾਰਾਂ ਨੇ ਇੱਥੇ ਤੱਕ ਜਿਹੜੇ ਸਰਕਾਰਾਂ ਜਿਹੜੀਆਂ ਅਪਣਾ ਰਹੀਆਂ ਨੇ, ਫਿਰ ਹੀ ਇਸ ਚੀਜ਼ਾਂ ਤੋਂ ਆਪਾਂ ਜਿਹੜੀ ਵਿਦਾਇਗੀ ਲੈ ਸਕਦੇ ਹਾਂ, ਜਿਹੜੀ ਬਿਮਾਰੀ ਤੋਂ ਆਪਾਂ ਜਿਹੜਾ ਰਹਿ ਸਕਦੇ ਸੀ। ਜੀ ਗੱਲ ਤੱਕੀ ਕਹਿਣਾ ਚਾਹੁੰਦੇ ਜੀ। ਹਾਂਜੀ ਬਿਲਕੁਲ, ਦੇਖੋ ਜੀ ਕਿ ਉੱਥੇ ਹੁਣ ਪੁਲਿਸਾਂ ਦੇ ਤੁਹਾਨੂੰ ਪਤਾ ਵੀ ਕਈ ਵਾਰੀ ਭਾਲਦੇ ਆ, ਉਹ ਜਦੋਂ ਪਤਾ ਲੱਗੇ ਕੈਨੇਡਾ ਅਮਰੀਕਾ ਤੋਂ ਆਏ ਆ ਫਿਰ ਤੇ ਗੱਲ ਹੀ ਵੱਖਰੀ ਹੈ। ਤੇ ਫਿਰ ਹੁਣ ਉਸ ਵੇਲੇ ਫਿਰ ਕਈ ਵਾਰੀ ਮਤਲਬ ਜੇਬਾਂ ਵੀ ਆਪੇ ਖਾਲੀ ਸ਼ੁਰੂ ਕਰਨੀਆਂ ਕਰ ਦਿੰਦੇ ਆ ਲੋਕ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਚੋਰੀ ਛੋਟੀ ਫੜੀ ਗਈ ਹੈ। ਤੇ ਦੂਸਰੇ ਪਾਸੇ ਦੇਖੋ ਨਾ ਵੀ ਜੇਲ੍ਹ ਦੇ ਵਿੱਚ ਪਾਸਪੋਰਟ ਕੈਨੇਡਾ ਦਾ ਹੋਵੇ, US ਦਾ ਹੋਵੇ, ਤੇ ਉੱਥੇ ਜਾ ਕੇ ਬੰਦਾ ਹੇਰਾ ਫੇਰੀਆਂ ਭ੍ਰਿਸ਼ਟਾਚਾਰ ਦੇ ਵਿੱਚ, ਚੋਰੀਆਂ ਚਕਾਰੀਆਂ ਦੇ ਵਿੱਚ, ਇਹ ਗਲਤ ਰਿਪੋਰਟਾਂ ਪੇਸ਼ ਕਰਨ ਦੇ ਵਿੱਚ ਜਾਣੀ ਕਿ ਫੜ ਹੋ ਜੇ, ਚਾਰਜ ਹੋ ਜੇ, ਤੇ ਇਹ ਵੀ ਤੇ ਆਪਣੇ ਆਪ ਵਿੱਚ ਤਮਾਸ਼ੇ ਤੇ ਸੰਗ ਵਾਲੀ ਗੱਲ ਹੀ ਹੈ। ਕਿਉਂਕਿ ਗਿੱਲ ਸਾਹਿਬ ਜੇਲ੍ਹ ਦੇ ਵਿੱਚ ਹੋਵੇ ਨਾ ਕੈਨੇਡਾ ਦਾ ਪਾਸਪੋਰਟ
ਤੇ ਕੈਨੇਡਾ ਦਾ ਪਾਸਪੋਰਟ ਦਾ ਮਤਲਬ ਕੈਨੇਡਾ ਇੱਕ ਕਿਰਦਾਰ ਦਾ ਨਾਂ ਆ। ਕੈਨੇਡਾ ਉਹ ਪਾਸਪੋਰਟ ਇੱਕ ਗੱਤਾ ਨਹੀਂ ਹੈਗਾ ਜਿਹੜੇ ਵਿੱਚ ਜੇਬ ਵਿੱਚ ਪਾਇਆ ਵੀ ਜਦੋਂ ਨੂੰ ਮਰਜ਼ੀ ਉੱਠ ਕੇ ਜਹਾਜ਼ ਦੇ ਵਿੱਚ ਬੈ ਕੇ ਅਸੀਂ ਜਾ ਸਕਦੇ ਹਾਂ। ਇਹ ਦੁਨੀਆ ਦੇ ਵਿੱਚ ਕੈਨੇਡਾ ਦੇ ਪਾਸਪੋਰਟ ਦਾ ਅਕਸਰ ਇੱਕ ਕਿਰਦਾਰ ਦੇ ਤੌਰ ਤੇ ਦੇਖਿਆ ਜਾਂਦਾ ਕਿ ਜਿਹਦੀ ਜੇਬ 'ਚ ਇਹ ਪਾਸਪੋਰਟ ਆ ਉਹ ਕਿਸੇ ਅਕਲ ਦਾ ਮਾਲਕ ਹੋਊ। ਪਰ ਜੇ ਉੱਥੇ ਜਾ ਕੇ ਇਹ ਅਕਲ ਦਿਖਾਈ ਆ ਵੀ ਅਸੀਂ ਜਾਣੀ ਕਿ ਬੇਈਮਾਨੀਆਂ ਕਰਨ ਵਾਲੇ ਜਿੱਦਾਂ ਦੇ ਇੱਥੋਂ ਗਏ ਸੀ ਗਈਆਂ ਸੀ ਉਦਾਂ ਦੇ ਹੀ ਹਾਂ, ਤੇ ਫਿਰ ਦੇਖ ਲਓ ਤੁਸੀਂ ਵੀ ਇਸ ਦੇਸ਼ ਦੇ ਵਿੱਚ ਆ ਕੇ ਘਟਿਆ ਕੀ ਹੈ। ਕਹਿਣ ਦਾ ਮਤਲਬ ਕਿ ਅਸੀਂ ਰਹੇ ਵੀ ਨਖੱਟੂ ਦੇ ਨਖੱਟੂ ਹੀ, ਇਸ ਦੇਸ਼ ਨੇ ਸਾਨੂੰ ਪਾਸਪੋਰਟ ਤਾਂ ਦਿੱਤਾ, ਉਹ ਜਿਹੜਾ ਜੀ ਬਾਹਰੋਂ ਅਸੀਂ ਦਿਖਾ ਕੇ ਦੁਨੀਆ ਦੇ ਵਿੱਚ ਤੁਰੇ ਫਿਰਦੇ ਹਾਂ, ਪਰ ਦਿਮਾਗਾਂ ਦੇ ਵਿੱਚ ਕੂੜ ਕਪੜਾ ਉਹੀ ਹੈ। ਅੱਜ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਸਾਡੇ ਡਾਕਟਰ ਸਾਹਿਬ ਨੇ ਸਾਡੀ ਗਵਰਨਮੈਂਟ ਆਫ ਅੰਟਾਰੀਓ ਨੇ ਜਿਹੜਾ ਅਨਾਉਂਸ ਕੀਤੇ ਨੇ ਸਮਾਲ ਬਿਜ਼ਨਸ ਵਾਸਤੇ ਜੀ, ਕਿਉਂਕਿ ਸਰਕਾਰਾਂ ਬਹੁਤ ਜਿਹੜੇ ਫੰਡ ਦੇ ਚੁੱਕੇ ਨੇ 2020, 2021 ਦੇ ਵਿੱਚ, 2022 ਦੇ ਵਿੱਚ। ਪਲੀਜ਼ ਤੁਸੀਂ ਉਹੀ ਲਿਓ ਜਿਹੜੇ ਇਸ ਬਿਜ਼ਨਸ ਦੇ ਨਾਲ ਅਫੈਕਟ ਹੋ ਰਹੇ ਨੇ। ਇਹ ਨਹੀਂ ਗਾ ਜੀ ਤੁਸੀਂ ਹਰੀਕੀ ਜਨਾ ਖਾਣਾ ਜਾ ਕੇ ਇਸ ਨੂੰ ਤੁਸੀਂ ਜਿਹੜੇ ਫੰਡ ਆ ਗਵਰਨਮੈਂਟ ਤੋਂ ਤੁਹਾਡੀਆਂ ਸਹੂਲਤਾਂ ਵਾਸਤੇ ਤੁਹਾਨੂੰ ਦੇ ਰਹੇ ਨੇ, ਨਾ ਕਿ ਜਿਹੜੇ ਕੰਮ ਕਰਦੇ ਨੇ ਜਿਹੜੇ ਜੌਬ ਕਰਦੇ ਨੇ ਤੁਸੀਂ ਉਹ ਵੀ ਜਿਹੜੇ ਫੰਡ ਤੁਸੀਂ ਲੈ ਸਕਦੇ ਹੋ। ਬਿਲਕੁਲ ਨਹੀਂ ਗਾ ਜੀ, ਜਾਓ ਤਾਂ ਜ਼ਰੂਰ ਦੱਸੋ। ਨਹੀਂ ਦੇਖੋ, ਇਹ ਪਹਿਲਾਂ ਵਾਂਗੂ ਜਾਣੀ ਭਾਂਡੇ ਦਾ ਮੂੰਹ ਹੁਣ ਉਹਨਾਂ ਨਹੀਂ ਖੁੱਲਾ ਜਿੰਨਾ ਕਿ ਮਾਰਚ 2020 ਦੇ ਵਿੱਚ ਗਿੱਲ ਸਾਹਿਬ ਖੋਲਿਆ ਗਿਆ ਸੀਗਾ ਵੀ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਮੂੰਹ ਮਾਰ ਜਾਏ। ਹੁਣ ਉਹਨਾਂ ਨੇ ਸਿਸਟਮ ਹੀ ਨਾ ਕ੍ਰਾਈਟੇਰੀਆ ਹੀ ਇਸ ਤਰ੍ਹਾਂ ਦਾ ਸੈੱਟ ਕਰ ਦਿੱਤਾ ਹੁੰਦਾ ਵੀ ਹਰ ਇੱਕ ਦਾ ਮੂੰਹ ਮਾਰਨ ਦਾ ਉਹਦੇ ਵਿੱਚ ਕਰੋ ਕੋਈ ਨਹੀਂ ਹਿੰਮਤ ਪੈਂਦੀ। ਹੁਣ ਇਹ ਜਿਹੜਾ ਜੀ ਵੀ ਨਵਾਂ ਉਹਨਾਂ ਨੇ ਪ੍ਰੋਗਰਾਮ ਓਨਟਾਰੀਓ ਦੀ ਗਵਰਨਮੈਂਟ ਨੇ ਇਹ COVID-19 ਕਰਕੇ ਜਾਣੀ ਕਿ ਸਮਾਲ ਬਿਜ਼ਨਸਿਸ ਦੇ ਵਾਸਤੇ ਇਹ ਰਿਲੀਫ ਗ੍ਰਾਂਟ ਹੈਗੀ ਆ ਜਿਹੜੀ ਕਿ $10,000 ਦੀ ਆ, ਤੇ ਉਹਦੇ ਵਿੱਚ ਜਾਣੀ ਮਿਲਣਾ ਉਹਨਾਂ ਨੂੰ ਹੀ ਆ ਜਿਹੜੇ ਕਿ ਹੁਣ ਇਹ ਲੱਗੇ ਹੋਏ ਮੌਜੂਦਾ ਲੋਕਡਾਊਨ ਇਹਨੂੰ ਕਹਿ ਲਓ ਜਾਂ ਫਿਰ ਰਿਸਟ੍ਰਿਕਸ਼ਨਸ ਕਹਿ ਲਓ ਵੀ ਉਹਨਾਂ ਦੇ ਤਹਿਤ ਜਿਹੜੇ ਬਿਜ਼ਨਸਿਸ 100% ਬੰਦ ਨੇ ਮਤਲਬ ਕਲੋਜ਼ਡ ਨੇ, ਤੇ ਜਿਹੜੇ ਬਿਜ਼ਨਸ ਅੱਧੇ ਵੀ ਖੁੱਲੇ ਆ ਜਾਂ ਪਾਰਸ਼ਲੀ ਵੀ ਖੁੱਲੇ ਆ ਉਹ ਨਹੀਂ ਇਹਨਾਂ ਨੂੰ ਕਰ ਸਕਣਗੇ ਅਪਲਾਈ। ਸੋ ਉਹਨਾਂ ਨੂੰ ਹੁਣ ਗਵਰਨਮੈਂਟ ਨੂੰ ਪਤਾ ਆ ਵੀ ਕਿਹੜੇ ਕਿਹੜੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਕਿਹੜੇ ਕਿਹੜੇ ਸੈਕਟਰ ਦੇ ਵਿੱਚ ਜਿਹੜੇ ਉਹ ਬੰਦ ਕੀਤੇ ਗਏ ਆ। ਸੋ ਉਹ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਦੇ ਵਿੱਚ ਜਾਣੀ ਕਿ ਜਿਹੜੇ ਬਿਜ਼ਨਸਿਸ ਆਉਂਦੇ ਹੋਣਗੇ ਉਹਨਾਂ ਦੇ ਪੈਮਾਨੇ ਦੇ ਮੁਤਾਬਕ ਉਹਨਾਂ ਨੂੰ ਹੀ ਉਹ ਗ੍ਰਾਂਟ ਜਿਹੜੀ ਆ ਜੀ ਕਿ ਉਹ ਮਿਲ ਸਕਣੀ ਆ। ਸੋ ਇਹ ਅਗਲੇ ਮਹੀਨੇ ਜਾਨੀ ਫਰਵਰੀ ਦੇ ਵਿੱਚ $10,000 ਉਹਨਾਂ ਜਿਹੜੇ ਔਰ ਤੁਹਾਨੂੰ ਪਤਾ ਵੀ ਜਿਹੜੇ ਅਫੈਕਟਡ ਬਿਜ਼ਨਸਿਸ ਆ ਨੈਚੁਰਲੀ ਤੇ ਉਹਨਾਂ ਦੇ ਖਰਚੇ ਚੱਲ ਰਹੇ ਆ, ਇੰਪਲੋਈਜ਼ ਨੂੰ ਉਹਨਾਂ ਨੇ ਤਨਖਾਹਾਂ ਦੇਣੀਆਂ, ਉਹਨਾਂ ਦੇ ਯੂਟਿਲਿਟੀਜ਼ ਬਿੱਲ ਹੈਗੇ ਆ, ਉਹਨਾਂ ਦੇ ਪ੍ਰੋਪਰਟੀ ਟੈਕਸ ਹੈਗੇ ਆ, ਉਹਨਾਂ ਦੀ ਰੈਂਟ ਹੈਗੇ ਆ, ਉਹ ਸਭ ਕੁਝ ਚਲੋ ਫੈਡਰਲ ਗਵਰਨਮੈਂਟ ਦੇ ਵੱਲੋਂ ਵੀ ਕੋਈ ਰਿਲੀਫ ਹੈਗੀ ਆ ਸਮਾਲ ਬਿਜ਼ਨਸਿਸ ਨੂੰ, ਪਰ ਇਹ ਇੱਕ ਐਡੀਸ਼ਨਲ ਹੈਲਪ ਜਿਹੜੀ $10,000 ਦੀ ਉਹਨਾਂ ਨੂੰ ਜਿਹੜੀ ਇਹ ਮਿਲ ਸਕੂਗੀ। ਸੋ ਦੂਸਰੇ ਪਾਸੇ ਇਹ ਆ ਜੀ ਕਿ ਜਿਹੜਾ ਬਿਜਲੀ ਘਰਾਂ ਦੇ ਵਿੱਚ ਹਾਈਡਰੋ ਵਰਤੀ ਜਾ ਰਹੀ ਆ ਉਸ ਦੇ ਵਿੱਚ ਵੀ ਥੋੜਾ ਜਿਹਾ ਵੀ ਸਾਰੇ ਓਨਟਾਰੀਓ ਵਾਸੀਆਂ ਨੂੰ ਵੈਸੇ ਗਵਰਨਮੈਂਟ ਨੇ ਥੋੜਾ ਰਿਲੀਫ ਦੇਣ ਦੀ ਕੋਸ਼ਿਸ਼ ਕਰਨੀ ਆ ਕਿ ਹੁਣ ਇਹ ਆਫ ਪੀਕ ਰੇਟ ਜਿਹੜਾ ਹੋਊਗਾ ਜੀ ਲਗਾਤਾਰ 24 ਘੰਟੇ ਅਪਲਾਈ ਹੋਈ ਜਾਣਾ, ਉਹਦੇ ਵਿੱਚ ਜਿਹੜਾ ਪੀਕ ਰੇਟ ਮਤਲਬ 12% ਹੁੰਦਾ ਪਰ ਆਵਰ ਕਿਲੋਵਾਟ ਦਾ ਉਹ ਨਹੀਂ ਅਪਲਾਈ ਹੋਊਗਾ, ਤੇ 18 ਜਨਵਰੀ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਅਗਲੇ 3 ਹਫ਼ਤਿਆਂ ਦੇ ਵਾਸਤੇ ਸਸਤੀ ਬਿਜਲੀ ਆ ਓਨਟਾਰੀਓ ਭਰ ਦੇ ਵਿੱਚ ਸਾਰੇ ਘਰਾਂ ਨੂੰ ਮਿਲੂਗੀ, ਜਿਹਦਾ ਕਿ ਰੇਟ ਜਿਹੜਾ ਜੀ ਕਿ ਉਹ ਸਬਸਿਡਾਈਜ਼ਡ ਹੋਊਗਾ 1.2 ਸੈਂਟ ਹੀ ਜਿਹੜਾ ਪਰ ਕਿਲੋਵਾਟ ਆਵਰ ਪਊਗਾ। ਸੋ ਉਸ ਲਿਹਾਜ਼ ਨਾਲ ਘਰਾਂ ਦੇ ਵਿੱਚ ਇਹ ਰਿਲੀਫ ਹੈ। ਬਿਜ਼ਨਸਿਸ ਨੂੰ ਜਿਹੜਾ ਜੀ ਪੀ ਇਹ ਜਿਹੜੇ ਪੂਰੀ ਤਰ੍ਹਾਂ ਬੰਦ ਨੇ ਠੱਪ ਨੇ ਉਹਨਾਂ ਨੂੰ ਇਹ $10,000 ਦੀ ਗ੍ਰਾਂਟ ਹੈ ਜੀ। ਆਪੇ ਕਰੋਨਾ ਦੇ ਕੇਸ ਕਿੰਨੇ ਜੀ ਜੰਪ ਕਰ ਗਏ ਨੇ ਜੀ, ਕਿੱਥੇ ਤੱਕ ਪਹੁੰਚ ਗਏ? ਦੇਖੋ ਜੀ ਡੇਲੀ ਬੇਸਿਸ ਤੇ ਹੁਣ ਇਹ ਆਪਾਂ ਦੇਖ ਰਹੇ ਆ ਵੀ ਇੱਥੇ ਕੀ ਸਾਈਕੀ ਵੀ ਜਿਹੜੀ ਆ ਉਹ ਲੋਕਾਂ ਦੀ ਤਕਰੀਬਨ ਸੈੱਟ ਹੋ ਚੁੱਕੀ ਆ। ਪਤਾ ਹੀ ਆ ਕਿ ਡੇਲੀ ਬੇਸਿਸ ਤੇ ਕੇਸਿਸ ਆ ਜਿਹੜੇ ਜੀ ਉਹ ਵੱਡੀ ਤਾਦਾਦ ਦੇ ਵਿੱਚ ਰਿਪੋਰਟ ਹੋ ਰਹੇ ਆ, ਤੇ ਡੇਲੀ ਜਿਹੜੇ ਕੇਸਿਸ ਆ ਜੀ ਆਪਾਂ ਇਹ ਵੀ ਦੇਖ ਰਹੇ ਆ ਕਿ ਉਹ 10,000 ਤਾਂ ਹੁਣ ਬਹੁਤ ਗੱਲ ਦੂਰ ਰਹਿ ਗਈ ਆ, ਆਪਾਂ ਜਾਣੀ ਕਿ 18,000 ਤੋਂ ਵਾਪਸ ਮੁੜੇ ਹੋਏ ਆ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਜਿਹੜੇ ਕੇਸਿਸ ਆ ਡੇਲੀ ਬੇਸਿਸ ਤੇ ਓਨਟਾਰੀਓ ਦੇ ਵਿੱਚ ਹੁਣ ਟੋਟਲ ਨੰਬਰਸ ਨੂੰ ਦੇਖ ਕੇ ਇਹ ਜ਼ਿਆਦਾ ਦਿਲਚਸਪ ਦੇਖਿਆ ਜਾਂਦਾ ਕਿ ਹਸਪੀਟਲ ਦੇ ਵਿੱਚ ਕਿੰਨੇ ਜਿਹੜੇ ਪੇਸ਼ੈਂਟ ਦਾਖਲ ਹੈ। ਸੋ ਤੁਸੀਂ ਦੇਖ ਲਓ ਕਿ ਪਿਛਲੇ ਅਜੇ ਥੋੜੇ ਦਿਨ ਪਹਿਲਾਂ ਜਾਣੀ ਕਿ 1100 ਜਿਹੜੇ ਪੇਸ਼ੈਂਟ ਆ ਲਾਸਟ ਵੀਕ ਉਹ ਹਸਪੀਟਲ ਦੇ ਵਿੱਚ ਓਨਟਾਰੀਓ ਚ ਦਾਖਲ ਸੀਗੇ। ਅੱਜ ਲਗਭਗ ਉਹਨਾਂ ਦੀ ਜਿਹੜੀ ਗਿਣਤੀ ਆ ਉਹ 2600 ਦੇ ਕਰੀਬ ਜਿਹੜੀ ਉਹ ਪਹੁੰਚ ਚੁੱਕੀ ਹੈ, ਤੇ ਇਹਦੇ ਨਾਲ ਹੀ ਫਿਰ ਜਾਣੀ ਕਿ ਜਿਹੜੇ ICU ਦੇ ਵਿੱਚ ਵੀ ਪੇਸ਼ੈਂਟਸ ਹੈਗੇ ਆ ਉਹ ਵੀ ਲਗਾਤਾਰ ਦੇ ਨਾਲ ਪਿਛਲੇ ਦਿਨਾਂ ਤੋਂ ਵੱਧ ਰਹੇ ਆ, ਜਿਨ੍ਹਾਂ ਦੀ ਗਿਣਤੀ ਕਿ ਆਲਮੋਸਟ ਹੁਣ 400 ਨੂੰ ਟੁੱਟਣ ਲੱਗੀ ਹੋਈ ਹੈ। ਤੇ ਇਹਦੇ ਵਿੱਚ ਇਹ ਦੇਖਿਆ ਜਾਂਦਾ ਜੀ ਜਿੰਨੇ ਵੀ ਟੈਸਟ ਕੀਤੇ ਜਾਂਦੇ ਆ ਵੱਡੀ ਤਾਦਾਦ ਦੇ ਵਿੱਚ ਉਹ ਜਾਣੀ ਕੋਵਿਡ ਦਾ ਜਿਹੜਾ ਓਮਿਕਰੋਨ ਵੇਰੀਐਂਟ ਆ
ਉਹਦੇ ਤੋਂ ਪੀੜਤ ਜਿਹੜੇ ਆ ਜੀ ਪਾਏ ਜਾਂਦੇ ਆ। ਸੋ ਇਹਦੇ ਵਿੱਚ ਹੁਣ ਇੰਨਾ ਕੀ ਆ, ਹਾਲ ਦੀ ਘੜੀ ਦੇਖਿਆ ਜਾ ਰਿਹਾ ਵੀ ਹਸਪੀਟਲ ਦੇ ਵਿੱਚ ਐਡਮਿਸ਼ਨ ਜਿਹੜੀਆਂ ਭਾਵੇਂ ਕਿ ਕਾਫੀ ਜਿਹੜਾ ਜਿ ਲੱਗ ਪਿਆ ਵੀ ਅਸੀਂ ਕੈਪੈਸਿਟੀ ਦੇ ਕਲੋਜ਼ ਜਾ ਰਹੇ ਹਾਂ। ਇੰਨੀ ਵੱਡੀ ਤਾਦਾਦ ਦੇ ਵਿੱਚ ਪੇਸ਼ੈਂਟਸ ਜਿਹੜੇ ਆ ਜੀ ਕਿਸ ਤਰੀਕੇ ਦੇ ਨਾਲ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਹੋਰ ਵੀ ਪੇਸ਼ੈਂਟਸ ਦਾ ਪ੍ਰੈਸ਼ਰ ਵੱਧਦਾ ਤੇ ਡੀਲ ਕੀਤਾ ਜਾਣਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਅਨਵੈਕਸੀਨੇਟਡ ਲੋਕ ਨੇ ਉਹਨਾਂ ਤੇ ਪ੍ਰੈਸ਼ਰ ਵੱਧ ਰਿਹਾ, ਕਿਉਂਕਿ ਜਿੰਨੇ ਵੀ ਇਹ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕਰਾਉਣ ਜਾਂਦੇ ਆ ਲੋਕ, ਉਹਨਾਂ ਦੇ ਵਿੱਚ 70-80% ਤੱਕ ਉਹੀ ਲੋਕ ਹੁੰਦੇ ਆ ਜਿਹੜੇ ਕਿ ਅਨਵੈਕਸੀਨੇਟਡ ਹੁੰਦੇ ਨੇ। ਸੋ ਕਹਿਣ ਦਾ ਮਤਲਬ ਕਿ ਕੋਵਿਡ ਤੋਂ ਜੇ ਵੈਕਸੀਨ ਲਵਾਈ ਹੋਵੇ ਤੇ 70-80% ਤੱਕ ਇਹ ਹਸਪੀਟਲ ਤੋਂ ਪ੍ਰੈਸ਼ਰ ਘਟ ਸਕਦਾ ਵੀ ਲੋਕ ਜਿਹੜੇ ਐਟਲੀਸਟ ਉਹਨਾਂ ਨੂੰ ਹਸਪੀਟਲ ਵਿੱਚ ਐਡਮਿਟ ਨਹੀਂ ਹੋਣਾ ਪਏਗਾ ਕਿ ਜੇ ਉਹ ਕੋਵਿਡ ਪੋਜ਼ਿਟਿਵ ਹੋ ਵੀ ਜਾਣ ਤਾਂ। ਸੋ ਤਦ ਕਰਕੇ ਪ੍ਰੈਸ਼ਰ ਵੱਧ ਰਿਹਾ ਕਿ ਕਿਉਂ ਨਾ ਵੈਕਸੀਨ ਜਿਹੜੀ ਆਉਣ ਵਾਲੇ ਸਮੇਂ 'ਚ ਮੈਂਡੇਟਰੀ ਕੀਤੀ ਜਾਵੇ। ਪ੍ਰੋਵਿੰਸਸ ਦੇ ਵਿੱਚ ਕੈਨੇਡਾ ਦੇ ਹੈਲਥ ਮਿਨਿਸਟਰ ਤੱਕ ਨੇ ਇਹ ਗੱਲ ਕਹੀ ਹੋਈ ਆ ਵੀ ਇਸ ਪਾਸੇ ਪ੍ਰੋਵਿੰਸਸ ਨੂੰ ਧਿਆਨ ਦੇਣਾ ਚਾਹੀਦਾ ਵੀ ਲੋਕ ਜਿਹੜਾ ਜੀ ਕੋਈ ਵੱਧ ਤੋਂ ਵੱਧ ਵੈਕਸੀਨੇਟ ਹੋਣ ਤਾਂ ਕਿ ਜੇ ਪੋਜ਼ਿਟਿਵ ਹੁੰਦੇ ਵੀ ਨੇ ਤੇ ਹਸਪੀਟਲਸ ਦੇ ਵਿੱਚ ਜਿਹੜਾ ਪ੍ਰੈਸ਼ਰ ਨਾ ਵਧੇ ਜੀ। ਹਾਂਜੀ ਜੋਨ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਅਪਡੇਟ ਦਿੱਤੀ ਹੈਗੀ ਆ ਸਾਡੇ ਮੁਲਕਾਂ ਦੇ ਵਿੱਚ ਕੀ ਕੁਝ ਸਾਨੂੰ ਅਵੇਅਰ ਹੋਣਾ ਚਾਹੀਦਾ ਹੈਗਾ, ਜਿਹੜੇ ਸਾਨੂੰ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ। ਜੋਨ ਸਾਹਿਬ, ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਜੀ।